ਹੋਰ ਵੀ ਬੱਚੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਉਮੀਦ ਕਰਦੇ ਤੁਸੀਂ ਬਹੁਤ ਚੰਗੇ ਹੋਣਗੇ। ਤੇ ਅੱਜ ਆਪਾਂ ਤੁਹਾਡੇ ਲਈ ਦੂਜੀ ਕਲਾਸ ਲੈ ਕੇ ਆਏ ਹਾਂ ਕੰਪਿਊਟਰ ਦੀ। ਤੇ ਟੌਪਿਕ ਹੈਗਾ ਤੁਹਾਡਾ ਇਨਪੁਟ ਡਿਵਾਈਸਿਸ। ਇਨਪੁਟ ਡਿਵਾਈਸਿਸ ਬਾਰੇ ਆਪਾਂ ਗੱਲ ਕਰੂੰਗੇ ਤੇ ਇਨਪੁਟ ਡਿਵਾਈਸਿਸ ਬਾਰੇ ਆਪਾਂ ਸਮਝੂਗੇ ਕਿ ਸਾਡੇ ਕੋਲ ਕੀ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ। ਚਲੋ ਜੀ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਟੌਪਿਕ ਹੈਗਾ ਉਹ ਹੈ ਇਨਪੁਟ ਡਿਵਾਈਸਿਸ। ਤੇ ਉਹ ਜਿਹੜੇ ਰੱਖੇ ਜਾਂਦੇ ਆ ਉਹ ਕਾਹਦੇ 'ਚ ਰੱਖੇ ਜਾਂਦੇ ਆ? ਫੰਡਾਮੈਂਟਲ ਕੰਪੋਨੈਂਟ ਆਫ ਕੰਪਿਊਟਰ 'ਚ ਆਪਾਂ ਇਹਨਾਂ ਚੀਜ਼ਾਂ ਨੂੰ ਰੱਖਦੇ ਨੇ। ਤੇ ਕੰਪੋਨੈਂਟ 'ਚ ਕਿਹੜੀ ਚੀਜ਼ਾਂ ਹੁੰਦੀਆਂ ਨੇ? ਇਨਪੁਟ ਡਿਵਾਈਸਿਸ ਹੁੰਦੀਆਂ ਨੇ, ਆਊਟਪੁੱਟ ਡਿਵਾਈਸਿਸ ਹੁੰਦੀਆਂ ਨੇ, CPU, ALU, ਕੰਟਰੋਲ ਯੂਨਿਟ, ਮੈਮਰੀ ਤੇ ਸੌਫਟਵੇਅਰ। ਇਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਕਾਹਦੇ 'ਚ ਹੁੰਦੀਆਂ ਨੇ? ਫੰਡਾਮੈਂਟਲ ਕੰਪੋਨੈਂਟ ਆਫ ਕੰਪਿਊਟਰ 'ਚ ਸਾਡੇ ਕੋਲ ਆਉਂਦੀਆਂ ਨੇ। ਤੇ ਆਪਾਂ ਇਹਨਾਂ ਪੂਰੇ ਹੀ ਕਵਰ ਕਰੂੰਗੇ। ਠੀਕ ਹੈ, ਚਲਿਏ ਆਪਾਂ ਅੱਜ ਦਾ ਜਿਹੜਾ ਟੌਪਿਕ ਆਪਾਂ ਹੁਣ ਕਵਰ ਕਰਨਾ ਹੈ ਉਹ ਹੈਗਾ ਤੁਹਾਡਾ ਇਨਪੁਟ ਯੂਨਿਟ। ਤੇ ਇਨਪੁਟ ਯੂਨਿਟ ਬਾਰੇ ਗੱਲ ਕਰਦੇ ਹਾਂ ਆਪਾਂ। ਆ ਲਓ ਜੀ, ਇਨਪੁਟ ਯੂਨਿਟ ਬਾਰੇ ਤਾਂ ਸਭ ਤੋਂ ਪਹਿਲਾਂ ਸਾਨੂੰ ਇਨਪੁਟ ਯੂਨਿਟ ਬਾਰੇ ਪਤਾ ਹੋਣਾ ਚਾਹੀਦਾ ਕਿ ਇਨਪੁਟ ਯੂਨਿਟ ਕੀ ਹੁੰਦਾ ਹੈ। ਠੀਕ ਹੈ, ਤੇ ਇਨਪੁਟ ਬਾਰੇ ਆਪਾਂ ਪੜ੍ਹਦੇ ਹਾਂ। ਇਨ ਕੰਪਿਊਟਿੰਗ ਐਂਡ ਇਨਪੁਟ device is a piece of computer hardware equipment। ਧਿਆਨ ਨਾਲ ਸੁਣੋ ਕਿ ਇਹ computing is an input device is a piece of computer hardware equipment। ਆ ਕੀ ਹੁੰਦੇ ਨੇ? input unit ਕੀ ਹੁੰਦੇ ਨੇ? hardware equipment ਹੁੰਦੇ ਨੇ used to provide data and control signal to information processing systems such as computer or information appliances। ਕਹਿਣ ਦਾ ਮਤਲਬ ਇਹ ਹੈਗਾ ਕਿ ਸਾਡੇ ਕੋਲ ਜਿਹੜੇ ਵੀ ਆਪਾਂ ਇਨਪੁਟ ਦਿੰਦੇ ਨੇ ਉਹ ਸਾਰੀ ਦੀ ਸਾਰੀ ਇਨਪੁਟ ਕਾਹਦੇ ਨਾਲ ਦਿੱਤੀ ਜਾਂਦੀ ਹੈ? ਇਨਪੁਟ ਡਿਵਾਈਸਿਸ ਨਾਲ ਦਿੱਤੀ ਜਾਂਦੀ ਹੈ। ਤੇ ਐਗਜ਼ਾਮਪਲ ਵੀ ਸਾਡੇ ਕੋਲ ਦਿੱਤੇ ਨੇ। example of input devices including keyboard, mouse, scanner, digital camera, joystick and etc। ਤਾਂ ਇੱਕ ਕਰਕੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪੜ੍ਹਨਾ ਕਿ ਇਹ ਕੀ ਚੀਜ਼ਾਂ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਨਪੁਟ ਦਾ ਪਤਾ ਚੱਲਿਆ ਹੋਏਗਾ ਕਿ ਇਨਪੁਟ ਦਾ ਮਤਲਬ ਕੀ ਹੁੰਦਾ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਪਹਿਲਾ ਇਨਪੁਟ ਡਿਵਾਈਸ ਜਿਹੜਾ ਤੁਹਾਡੇ ਕੋਲ ਗਿਵਨ ਹੈਗਾ। ਉਹ ਤੁਹਾਡਾ ਪਹਿਲਾ ਇਨਪੁਟ ਡਿਵਾਈਸਿਸ ਕਿਹੜਾ ਹੈਗਾ? ਉਹ ਹੈਗਾ ਤੁਹਾਡੇ ਕੋਲ ਕੀਬੋਰਡ। ਜੇਕਰ ਆਪਾਂ ਕੀਬੋਰਡ ਬਾਰੇ ਗੱਲ ਕਰੀਏ ਤਾਂ ਧਿਆਨ ਨਾਲ ਦੇਖੋ ਕੀ ਲਿਖਿਆ। ਐਕਸਟਰਨਲ input device used to type data into some sort of computer system, whether it to be mobile device or a personal computer or another electronic machine। ਮਤਲਬ ਇਹ ਹੈਗਾ ਇਹ ਕੀ ਹੁੰਦਾ? ਇੱਕ ਐਕਸਟਰਨਲ ਡਿਵਾਈਸ ਹੁੰਦਾ ਜਿਹਦੇ ਨਾਲ ਆਪਾਂ ਸਿਸਟਮ 'ਚ ਨੂੰ ਵੀ ਡੇਟਾ ਦੇ ਇਨਪੁਟ ਦੇ ਸਕਦੇ ਹਾਂ, ਮੋਬਾਈਲ ਡਿਵਾਈਸਿਸ ਨੂੰ ਵੀ ਦੇ ਸਕਦੇ ਹਾਂ, ਜਾਂ ਫਿਰ ਕਿਸੇ ਅਦਰ ਇਲੈਕਟ੍ਰੋਨਿਕ ਮਸ਼ੀਨ ਨੂੰ ਵੀ ਇਨਪੁਟ ਦੇ ਸਕਦੇ ਹਾਂ। A keyword usually include alphabetic, numerical and common symbol is used to everyday transcription। Keywords for personal computer are connected to the machine through the serial or USB plug। ਮਤਲਬ ਕਹਿਣ ਦਾ ਇਹ ਹੈਗਾ ਕਿ ਇਹ USB plug ਨਾਲ, USB serial plug ਨਾਲ ਕੀ ਹੁੰਦਾ? ਕਨੈਕਟਡ ਹੁੰਦਾ ਤੇ ਡੇਲੀ ਆਪਣੀ ਦਿਨਚਰਿਆ 'ਚ ਆਪਾਂ ਇਹਨੂੰ ਕੀ ਕਰਦੇ ਹਾਂ? ਯੂਜ਼ ਕਰਦੇ ਹਾਂ। ਹੁਣ ਧਿਆਨ ਦਿਓ, ਇੱਕ ਕੁਐਸਚਨ ਬੜਾ ਇੰਪੋਰਟੈਂਟ ਉਰੇ ਨਿਕਲ ਕੇ ਸਾਹਮਣੇ ਆਇਆ। ਕੀ ਕਿਹਾ ਉਰੇ? ਕਿ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਕੀਬੋਰਡ ਫॉर अ पर्सनल ਕੰਪਿਊਟਰ are the connected to the machine through serial or USB plug। ਧਿਆਨ ਨਾਲ ਦੇਖੋ, serial or USB plug। ਤਾਂ ਪਹਿਲਾ ਕੁਐਸਚਨ ਇਹ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਇਹ ਦੇ ਇੱਕ ਸਾਨੂੰ ਐਗਜ਼ਾਮਪਲ ਦਿਓ ਕਿ ਜਿਹੜਾ ਕਿਹੜਾ ਡਿਵਾਈਸ ਹੈਗਾ ਕਿ ਸੀਰੀਅਲ ਪਲੱਗ ਨਾਲ ਆਪਾਂ ਯੂਜ਼ ਕਰਦੇ ਹਾਂ। ਸੀਰੀਅਲ ਡਿਵਾਈਸ ਹੈਗਾ, ਸੀਰੀਅਲ ਤੇ ਪੈਰਲਲ ਦੋ ਪੋਰਟ ਹੁੰਦੇ ਨੇ। ਤੇ ਕਿਹੜਾ ਡਿਵਾਈਸ ਹੈਗਾ ਜਿਹੜਾ ਸੀਰੀਅਲ ਪੋਰਟ ਯੂਜ਼ ਕਰਦਾ? ਤਾਂ ਕੀਬੋਰਡ ਜਿਹੜਾ ਹੈਗਾ ਤੁਹਾਡੇ ਕੋਲ ਕੀ ਹੁੰਦਾ? ਸੀਰੀਅਲ ਪੋਰਟ ਆਪਾਂ ਯੂਜ਼ ਕਰਦੇ ਹਾਂ। ਤਾਂ ਇਸ ਕਰਕੇ ਇਸ ਦਾ ਜਦੋਂ ਵੀ ਤੁਹਾਡੇ ਤੋਂ ਕੀਬੋਰਡ ਪੁੱਛਿਆ ਜਾਏ ਸੀਰੀਅਲ ਪੋਰਟ 'ਚ ਯੂਜ਼ ਹੁੰਦਾ ਜਾਂ ਪੈਰਲਲ ਪੋਰਟ, ਤੁਸੀਂ ਆਂਸਰ ਕੀ ਕਰਨਾ? ਸੀਰੀਅਲ ਪੋਰਟ 'ਚ ਆਪਾਂ ਯੂਜ਼ ਕਰਨਾ। ਹੁਣ ਕੀਬੋਰਡ ਬਾਰੇ ਇੱਕ ਕਰਕੇ ਆਪਾਂ ਡਿਸਕ੍ਰਿਪਸ਼ਨ ਪੜ੍ਹਦੇ ਹਾਂ, ਪਰ ਪਹਿਲੇ ਕੀਬੋਰਡ ਦੀ ਫੋਟੋ ਦੇਖ ਲੈਂਦੇ ਕਿ ਕੀਬੋਰਡ ਹੁੰਦਾ ਕਿਹੋ ਜਿਹਾ। ਕੀਬੋਰਡ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਡੇਲੀ ਆਪਣੀ ਰੂਟੀਨ ਲਾਈਫ 'ਚ ਯੂਜ਼ ਕਰਦੇ ਹੋ। ਤੇ ਸਭ ਤੋਂ ਪਹਿਲਾਂ ਲੈਫਟ ਸਾਈਡ ਤੁਸੀਂ ਦੇਖੋ ਟੌਪ 'ਚ ਕੀ ਹੁੰਦਾ? ਐਸਕੇਪ ਕੀ, ਫਿਰ ਕੀ ਹੈ ਤੁਹਾਡੇ ਫੰਕਸ਼ਨ ਬਾਰ। F1 ਤੋਂ ਲੈ ਕੇ F12 ਤੱਕ ਤੁਹਾਡੇ ਕੀ ਨੇ? ਫੰਕਸ਼ਨ ਕੀ ਨੇ। ਠੀਕ ਹੈ, ਉਰੇ ਦੇਖੋ ਪ੍ਰਿੰਟ ਸਕਰੀਨ ਹੈ ਤੁਹਾਡੇ ਕੋਲ, ਸਕਰੋਲ ਲੌਕ ਹੈ ਤੇ ਤੁਹਾਡੇ ਕੋਲ ਪਾਊਜ਼ ਪਲੇ ਤੇ ਪਾਊਜ਼ ਤੇ ਬ੍ਰੇਕ ਬਟਨ ਹੈਗਾ। ਠੀਕ ਹੈ, ਹੋ ਸਕਦਾ ਕਈ 'ਚ ਡਿਫਰੈਂਟ ਵੀ ਹੋਣ। ਤੇ ਇੰਡੀਕੇਟਰ ਕੀ, ਨਮ ਲੋਕ, ਕੈਪਸ ਲੋਕ, ਸਕਰੋਲ ਲੋਕ, ਇਹ ਸਾਰਿਆਂ ਤੇ ਡਿਫਰੈਂਟ ਥਾਂ ਤੇ ਹੁੰਦੇ ਨੇ। ਠੀਕ ਹੈ, ਔਰ ਲੋਕ ਲੱਗੇ ਹੁੰਦੇ ਨੇ, ਲਾਈਟਾਂ ਲੱਗੀਆਂ ਹੁੰਦੀਆਂ ਨੇ। ਆਹ ਦੇਖੋ ਜੀ ਤੁਹਾਡੇ ਕੋਲ ਨੰਬਰ ਪੈਡ ਹੈ। ਆ ਜਿਹੜੇ ਹੈਗੇ ਨੇ 4 ਕੀ, ਹੋਮ, ਪੇਜ ਅਪ ਐਂਡ ਪੇਜ ਡਾਊਨ ਕੀ ਹੁੰਦੇ ਨੇ? ਸਕਰੋਲਰ ਕੀ, ਜਿਹਨਾਂ ਨੂੰ ਕਾਊਂਟ ਕਰਦੇ ਨੇ। 4 ਐਰੋ ਜਿਹੜੇ ਤੁਸੀਂ ਦੇਖ ਰਹੇ ਹੋ, ਅਪ ਐਰੋ, ਡਾਊਨ ਐਰੋ, ਲੈਫਟ ਐਰੋ, ਰਾਈਟ ਐਰੋ, ਇਹ ਸਾਰੇ ਤੁਹਾਡੇ ਕੋਲ ਕੀ ਨੇ? ਐਰੋ ਨੇ। ਐਰੋ ਕੀ ਇਹਨਾਂ ਨੂੰ ਕਹਿੰਦੇ ਨੇ। ਡਾਇਰੈਕਸ਼ਨ ਕੀ ਇਹਨਾਂ ਨੂੰ ਕਹਿੰਦੇ ਨੇ। ਨੈਵੀਗੇਸ਼ਨ ਕੀ ਇਹਨਾਂ ਨੂੰ ਕਹਿੰਦੇ ਨੇ। ਡਿਫਰੈਂਟ ਜਗ੍ਹਾ ਤੇ ਡਿਫਰੈਂਟ ਨਾਂ ਨਾਲ ਆਪਾਂ ਇਹਨਾਂ ਨੂੰ ਕੀ ਕਰਦੇ ਨੇ? ਪ੍ਰੋਨਾਊਂਸ ਕਰਦੇ ਨੇ। ਠੀਕ ਹੈ, ਤੇ ਬਾਕੀ ਕੀ ਬਾਰੇ ਤੁਹਾਨੂੰ ਪਤਾ ਹੀ ਹੈਗਾ। ਠੀਕ ਹੈ, ਇਹ ਕੈਪਸ ਲੋਕ ਬਾਰੇ ਹੀ ਹੈਗੀ ਹੈ, ਕੰਟਰੋਲ ਹੈਗੀ ਹੈ, ਸ਼ਿਫਟ ਹੈਗੀ ਆ, ਓਲਟ ਹੈਗੀ ਆ। ਆਹ ਧਿਆਨ ਦਿਓ, ਕਿਹੜੀ ਵਿੰਡੋ ਜਿਹੜੀ ਕੀ ਹੁੰਦੀ ਇਹਨੂੰ ਕੀ ਕਹਿੰਦੇ ਆ? ਵਿੰਡੋ ਕੀ ਕਹਿੰਦੇ ਨੇ। ਠੀਕ ਹੈ, ਸਪੇਸ ਬਾਰ ਬਾਰੇ ਤੁਹਾਨੂੰ ਪਤਾ ਹੀ ਹੈ। ਹੁਣ ਇੱਕ ਕਰਕੇ ਮੈਂ ਸਾਰੀ ਕੀ ਦੀ ਬਰੀਫ ਡਿਸਕ੍ਰਿਪਸ਼ਨ ਤੁਹਾਨੂੰ ਦੇਣ ਲੱਗਾ। ਧਿਆਨ ਨਾਲ ਦੇਖੋ ਤੇ ਧਿਆਨ ਨਾਲ ਸਮਝੋ ਕੀ ਕੁਐਸਚਨ ਉਰੇ ਪੁੱਛਿਆ ਜਾਣਾ।
ਆ ਲਓ ਜੀ, ਸਭ ਤੋਂ ਪਹਿਲਾਂ ਕੀ ਡਿਸਕ੍ਰਿਪਸ਼ਨ ਬਾਰੇ ਆਪਾਂ ਗੱਲ ਕਰੀਏ ਤਾਂ ਟੋਟਲ ਤੁਹਾਡੇ ਕੋਲ ਅਲਫਾ ਕੀਜ਼ ਹੁੰਦੀਆਂ ਨੇ। ਅਲਫਾ ਕੀ ਜਿਹੜੀਆਂ ਨੇ ਤੁਹਾਡੇ ਕੋਲ ਕੈਪੀਟਲ ਹੁੰਦੀਆਂ ਵੀ ਤੇ ਨਾਲੇ ਸਮਾਲ ਵੀ ਹੁੰਦੀਆਂ ਨੇ। 26 ਕੀ ਹੁੰਦੀਆਂ ਨੇ, A to Z ਤੇ A to Z। ਠੀਕ ਹੈ, ਦੋਹਾਂ ਤਰੀਕਿਆਂ ਨਾਲ ਆਪਾਂ ਇਹਨੂੰ ਲਿਖ ਸਕਦੇ ਹਾਂ, ਕੈਪੀਟਲ ਤੇ ਸਮਾਲ। ਠੀਕ ਹੈ, ਹੁਣ ਬੱਚੇ ਜਿਹੜਾ ਅਗਲਾ ਕੁਐਸਚਨ ਪੁੱਛਿਆ ਜਾਂਦਾ ਤੁਹਾਡੇ ਤੋਂ ਉਹ ਹੈਗਾ ਟੋਗਲ ਕੀ ਬਾਰੇ। ਤਾਂ ਟੋਗਲ ਕੀ ਹੁੰਦਾ, ਧਿਆਨ ਸੁਣੋ। ਟੋਗਲ ਕੀ ਹੁੰਦਾ? ਟੋਗਲ ਕੀ ਇਜ਼ ਅ ਕੀ that is used to turn a function on or off। ਠੀਕ ਹੈ, ਉਹ ਸਵਿਚ ਬਿਟਵੀਨ ਟੂ ਫੰਕਸ਼ਨ। ਤੇ ਟੋਗਲ ਕੀ ਦਾ ਮਤਲਬ ਹੁੰਦਾ ਕਿ ਆਪਾਂ ਇੱਕ ਵਾਰੀ ਕੀ ਕਰਨਾ, ਕਿਸੇ ਵੀ ਚੀਜ਼ ਨੂੰ ਔਨ ਕਰ ਦੇਣਾ ਜਾਂ ਫਿਰ ਕੀ ਕਰ ਦੇਣਾ, ਆਫ ਕਰ ਦੇਣਾ, ਜਾਂ ਫਿਰ ਆਪਾਂ ਇੱਕ ਫੰਕਸ਼ਨ ਤੋਂ ਦੂਜੇ ਫੰਕਸ਼ਨ 'ਚ ਕੀ ਕਰਨਾ, ਸਵਿਚ ਕਰਨਾ। ਤਾਂ ਉਹ ਕੀ ਕਹਿਲਾਉਂਦੀ ਹੈ ਤੁਹਾਡੇ ਕੋਲ? ਟੋਗਲ ਕੀ ਕਹਿਲਾਉਂਦੀਆਂ ਨੇ। ਪੇਪਰ 'ਚ ਇਹੀ ਲਿਖਿਆ ਹੁੰਦਾ ਜੀ ਟੋਗਲ ਕੀ ਦਾ ਮਤਲਬ ਕੀ ਹੁੰਦਾ। ਤਾਂ ਤੁਹਾਡੇ ਕੋਲ ਤੁਸੀਂ ਧਿਆਨ ਨਾਲ ਦੇਖਣਾ ਕਿ ਕਿਤੇ ਔਨ ਤੇ ਆਫ ਲਿਖਿਆ, ਤੁਹਾਡਾ ਉਹੀ ਆਨਸਰ ਬਣ ਜਾਏਗਾ। ਠੀਕ ਹੈ, ਹੁਣ ਇੱਕ ਇੱਕ ਕਰਕੇ ਜਿਹੜੀਆਂ ਬਾਕੀ ਕੀ ਡਿਸਕ੍ਰਿਪਸ਼ਨ ਹੈ ਉਹਨਾਂ ਨੂੰ ਆਪਾਂ ਡਿਸਕਸ ਕਰੂੰਗੇ। ਤੇ ਸਭ ਤੋਂ ਪਹਿਲੇ ਕੈਪਸ ਲੌਕ ਬਾਰੇ ਆਪਾਂ ਡਿਸਕਸ ਕਰਨਾ। ਕੈਪਸ ਲੌਕ ਦਾ ਮਤਲਬ ਕੀ ਹੁੰਦਾ? ਇਨ ਅ ਕੈਪਸ ਲੌਕ ਵੀ ਹੈਵ ਟੂ ਟਾਈਪ। ਕੈਪਸ ਲੌਕ ਸਾਡੇ ਕੋਲ ਦੋ ਟਾਈਪ ਹੁੰਦੇ ਨੇ, ਅੱਪਰ ਕੇਸ ਲੈਟਰ ਤੇ ਸਾਡੇ ਕੋਲ ਕੀ ਹੁੰਦਾ ਦੂਜਾ ਲੋਅਰ ਕੇਸ ਲੈਟਰ। ਅੱਪਰ ਦਾ ਮਤਲਬ ਹੈਗਾ ਜੇ ਤੁਸੀਂ ਕੈਪਸ ਲੌਕ ਨੂੰ ਔਨ ਕਰ ਦੋਗੇ ਤਾਂ ਕੈਪੀਟਲ ਲੈਟਰ, ਜੇ ਲੋਅਰ ਕੇਸ ਮਤਲਬ ਆਫ ਕਰ ਦੋਗੇ ਤਾਂ ਤੁਸੀਂ ਸਮਾਲ ਲੈਟਰ। ਨਮ ਲੋਕ ਦਾ ਮਤਲਬ ਕੀ ਹੁੰਦਾ ਹੈ? ਵਿਦ ਦਾ ਹੈਲਪ ਆਫ ਦਿਸ ਕੀ ਵੀ ਇਨੇਬਲ ਔਰ ਡਿਸੇਬਲ ਦਾ ਨੂਮੈਰਿਕ ਕੀਪੈਡ। ਜਿਹੜਾ ਵੀ ਤੁਹਾਡੇ ਕੋਲ ਸਾਈਡ 'ਚ ਨੂਮੈਰਿਕ ਕੀਪੈਡ ਹੁੰਦਾ ਤੁਸੀਂ ਇਹਨੂੰ ਅਨੇਬਲ ਤੇ ਡਿਸੇਬਲ ਕਰ ਸਕਦੇ ਹੋ। ਠੀਕ ਹੈ, ਤੇ ਅਗਲਾ ਹੈਗਾ ਸਕਰੋਲ ਲੋਕ। ਸਕਰੋਲ ਲੋਕ ਤੁਹਾਨੂੰ ਪਤਾ ਅਪ ਤੇ ਡਾਊਨ ਤੁਸੀਂ ਸਕਰੋਲਰ ਲਾਇਆ ਹੁੰਦਾ, ਤੁਸੀਂ ਉਹਨੂੰ ਕੀ ਕਰਦੇ ਹੋ? ਸਕਰੋਲ ਕਰਦੇ ਹੋ। ਉਰੇ ਵੀ ਆਹੀ ਲਿਖਿਆ ਹੈ, ਇਟ ਹੈਜ਼ ਆਲਸੋ ਬੀਨ ਯੂਜ਼ਡ ਟੂ ਸਟਾਪ ਔਰ ਸਕਰੋਲਿੰਗ ਆਫ ਅ ਟੈਕਸਟ ਔਰ ਹੋਲਡ ਦਾ ਆਪਰੇਸ਼ਨ ਆਫ ਅ ਪ੍ਰੋਗਰਾਮ। ਕਿਸੇ ਵੀ ਪ੍ਰੋਗਰਾਮ ਦਾ ਤੁਸੀਂ ਇਹ ਕੰਮ ਕਰਨਾ ਹੈਗਾ। ਠੀਕ ਹੈ, ਸਪੇਸ ਬਾਰ ਬਾਰੇ ਸੁਣੋ। ਸਪੇਸ ਬਾਰ ਦੇ ਉੱਪਰ ਜ਼ਰੂਰ ਕੁਐਸਚਨ ਪੁੱਛਿਆ ਜਾਂਦਾ। ਸਪੇਸ ਬਾਰ ਦਾ ਜਦ ਵੀ ਤੁਹਾਡੇ ਪੁੱਛਿਆ ਜਾਂਦਾ ਸਪੇਸ ਬਾਰ ਕੀ ਹੁੰਦਾ, ਤੁਸੀਂ ਅਕਸਰ ਇਹ ਗੱਲ ਕਹਿੰਦੇ ਜੀ ਸਪੇਸ ਦੇਣਾ। ਸਪੇਸ ਦਾ ਮਤਲਬ ਕੀ ਹੁੰਦਾ? ਸਪੇਸ ਦਾ ਮਤਲਬ ਹੁੰਦਾ ਮੂਵ ਵਨ ਕੈਰੈਕਟਰ ਫੋਰਵਰਡ। ਸਪੇਸ ਦਾ ਮਤਲਬ ਹੁੰਦਾ ਕਿ ਸਪੇਸ ਦੇਣਾ, ਮਤਲਬ ਇੱਕ ਕੈਰੈਕਟਰ ਅੱਗੇ ਵਧਣਾ, ਤੁਸੀਂ ਫੋਰਵਰਡ ਜਾਣਾ। ਤੇ ਬੈਕ ਸਪੇਸ ਦਾ ਮਤਲਬ ਹੁੰਦਾ ਹੈ ਮੂਵ ਵਨ ਕੈਰੈਕਟਰ ਬੈਕਵਰਡ, ਤੁਸੀਂ ਇੱਕ ਕੈਰੈਕਟਰ ਕੀ ਹੋਣਾ, ਪਿੱਛੇ ਆਉਣਾ। ਧਿਆਨ ਨਾਲ ਦੇਖੋ, ਇੱਕ ਕੈਰੈਕਟਰ ਕੀ ਹੋਣਾ, ਤੁਸੀਂ ਪਿੱਛੇ ਆਉਣਾ। ਸਪੇਸ ਬਾਰ ਮਤਲਬ ਤੁਸੀਂ ਇੱਕ ਕੈਰੈਕਟਰ ਅੱਗੇ ਜਾਣਾ, ਬੈਕ ਸਪੇਸ ਦਾ ਮਤਲਬ ਇੱਕ ਕੈਰੈਕਟਰ ਤੁਸੀਂ ਪਿੱਛੇ ਆਉਣਾ। ਇਹ ਇਹਨਾਂ ਦੋਹਾਂ ਗੱਲਾਂ ਦੇ ਮਤਲਬ ਨੇ। ਠੀਕ ਹੈ, ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ। ਚਲਿਏ ਅੱਗੇ ਹੋਰ ਬਾਰੇ ਵੀ ਪੜ੍ਹਦੇ ਹਾਂ ਆਪਾਂ। ਅਗਲੀ ਹੈਗੀ ਹੈ ਪ੍ਰਿੰਟ ਸਕਰੀਨ। ਪ੍ਰਿੰਟ ਸਕਰੀਨ ਦਾ ਆਪਾਂ ਯੂਜ਼ ਕਿੱਥੇ ਕਰਦੇ ਹੈਗੇ ਆ? ਜਿੱਥੇ ਆਪਾਂ ਨੂੰ ਕੀ ਚਾਹੀਦਾ ਹੁੰਦਾ, ਸਨੈਪਸ਼ਾਟ। ਸਨੈਪਸ਼ਾਟ ਦਾ ਮਤਲਬ ਕੀ ਹੁੰਦਾ ਹੈ ਕਿ ਪੂਰੀ ਸਕਰੀਨ ਦਾ ਆਪਾਂ ਕੀ ਲੈ ਲਿਆ, ਪ੍ਰਿੰਟ ਲੈ ਲਿਆ। ਤਾਂ ਉਹ ਕੀ ਹੁੰਦਾ ਤੁਹਾਡੇ ਕੋਲ? ਪ੍ਰਿੰਟ ਸਕਰੀਨ ਕੀ ਨਾਲ ਆਪਾਂ ਲੈ ਸਕਦੇ ਹਾਂ। ਐਸਕੇਪ ਕੀ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ। ਐਸਕੇਪ ਕੀ ਦਾ ਮਤਲਬ ਕੀ ਹੁੰਦਾ ਕਿ ਟੂ ਐਗਜ਼ਿਟ ਐਨੀ ਫਾਈਲ ਔਰ ਐਨੀ ਪ੍ਰੋਗਰਾਮ। ਕੋਈ ਵੀ ਤੁਸੀਂ ਕਰੰਟਲੀ ਫਾਈਲ, ਜਿੱਦਾਂ ਮੈਂ ਹੁਣ ਪਾਵਰ ਪੁਆਇੰਟ ਤੇ ਪੜ੍ਹਾ ਰਿਹਾ, ਤਾਂ ਪਾਵਰ ਪੁਆਇੰਟ ਤੋਂ ਅਗਰ ਮੈਨੂੰ ਨਿਕਲਣਾ ਹੈਗਾ ਤਾਂ ਮੈਂ ਐਸਕੇਪ ਕੀ ਦਾ ਹੀ ਪ੍ਰੈਸ ਕਰੂੰਗਾ ਤੇ ਮੈਂ ਤੇ ਕੀ ਕਰੂੰਗਾ, ਉਹਦੇ ਤੇ ਐਗਜ਼ਿਟ ਕਰ ਜੂੰਗਾ। ਅਗਲਾ ਹੈਗਾ ਬੈਕ ਸਪੇਸ। ਦੇਖੋ ਬੈਕ ਸਪੇਸ ਤੇ ਡਿਲੀਟ ਦੇ ਨਾ ਇੱਕ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਜਾਂਦਾ। ਪਿੱਛੇ ਤੁਸੀਂ ਬੈਕ ਸਪੇਸ ਦਾ ਮਤਲਬ ਹੁਣੇ ਸਮਝਿਆ ਵੀ ਕਿ ਬੈਕ ਸਪੇਸ ਦਾ ਮਤਲਬ ਕੀ ਹੁੰਦਾ, ਇੱਕ ਕਰੈਕਟਰ ਪਿੱਛੇ ਹੋਣਾ। ਪਰ ਜੇਕਰ ਹੁਣੇ ਕੁਐਸਚਨ ਇਦਾਂ ਦਾ ਨਹੀਂ ਪੁੱਛਿਆ, ਉਰੇ ਕੁਐਸਚਨ ਇਹ ਵੀ ਪੁੱਛ ਸਕਦਾ ਕਿ ਬੈਕ ਸਪੇਸ ਜਿਹੜਾ ਹੁੰਦਾ ਹੈ ਉਹਦੀ ਮੂਵਮੈਂਟ ਕੀ ਹੁੰਦੀ ਹੈ, ਲੈਫਟ ਟੂ ਰਾਈਟ ਹੁੰਦੀ ਹੈ ਜਾਂ ਫਿਰ ਰਾਈਟ ਟੂ ਲੈਫਟ ਹੁੰਦੀ ਹੈ। ਤਾਂ ਜਿਹੜਾ ਕੁਐਸਚਨ ਹੈਗਾ ਬੱਚਿਆਂ ਨੂੰ ਬੜਾ ਤੰਗ ਕਰਦਾ ਹੈ ਕਿ ਬੈਕ ਸਪੇਸ ਦੀ ਜਿਹੜੀ ਮੀਨਿੰਗ ਹੁੰਦੀ ਹੈ ਉਹ ਕੀ ਹੁੰਦਾ, ਚੀਜ਼ਾਂ ਨੂੰ ਲੈਫਟ ਟੂ ਰਾਈਟ ਡਿਲੀਟ ਕਰਦਾ ਜਾਂ ਰਾਈਟ ਟੂ ਲੈਫਟ ਡਿਲੀਟ ਕਰਦਾ। ਧਿਆਨ ਦਿਓ ਤੇ ਤੁਸੀਂ ਆਪਣੇ ਸਿਸਟਮ 'ਚ ਵੀ ਚਲਾ ਕੇ ਦੇਖ ਸਕਦੇ ਹੋ। ਜਿਹੜਾ ਬੈਕ ਸਪੇਸ ਹੁੰਦਾ ਹੈ ਯੂਜ਼ ਟੂ ਇਰੇਜ਼ ਐਨੀਥਿੰਗ ਟਾਈਪਡ ਔਨ ਲੈਫਟ ਟੂ ਰਾਈਟ। ਲੈਫਟ ਤੇ ਰਾਈਟ ਨਾਲ ਆਪਾਂ ਨੂੰ ਸਾਰੀ ਚੀਜ਼ਾਂ ਕੀ ਕਰਦਾ ਹੈ, ਡਿਲੀਟ ਕਰਦਾ ਹੈ। ਤੇ ਡਿਲੀਟ ਦਾ ਮਤਲਬ ਕੀ ਹੁੰਦਾ, ਯੂਜ਼ ਟੂ ਇਰੇਜ਼ ਐਨੀਥਿੰਗ ਟਾਈਪਡ ਔਨ ਰਾਈਟ ਟੂ ਲੈਫਟ। ਪੂਰੇ ਰਾਈਟ ਸਾਈਡ ਤੋਂ ਲਿਖਿਆ ਹੋਇਆ ਲੈਫਟ ਨੂੰ ਜਾਏਗਾ। ਠੀਕ ਹੈ, ਆਹ ਜਿਹੜਾ ਕੁਐਸਚਨ ਹੈਗਾ ਪੇਪਰ 'ਚ ਕਈ ਵਾਰੀ ਪੁੱਛਿਆ ਜਾ ਚੁੱਕਿਆ ਹੈਗਾ ਕਿ ਤੁਹਾਡੇ ਕੋਲ ਜਿਹੜੇ ਆ ਬੈਕ ਸਪੇਸ ਤੇ ਡਿਲੀਟ 'ਚ ਕੀ ਡਿਫਰੈਂਸ ਹੁੰਦਾ ਹੈ। ਤੇ ਬੈਕ ਸਪੇਸ ਜਿਹੜੇ ਚੀਜ਼ਾਂ ਨੂੰ ਲੈਫਟ ਤੇ ਰਾਈਟ ਸਾਈਡ ਨੂੰ ਡਿਲੀਟ ਕਰਦਾ ਹੈ ਤੇ ਡਿਲੀਟ ਜਿਹੜਾ ਰਾਈਟ ਟੂ ਲੈਫਟ ਸਾਈਡ ਨੂੰ ਵੱਲ ਨੂੰ ਚੀਜ਼ਾਂ ਨੂੰ ਕੀ ਕਰਦਾ, ਡਿਲੀਟ ਕਰਦਾ। ਠੀਕ ਹੈ, ਤੇ ਨੈਕਸਟ ਵਰਡ ਹੈਗਾ ਤੁਹਾਡਾ ਮੋਡੀਫਾਇਰ ਕੀ। ਜੇਕਰ ਮੈਂ ਮੋਡੀਫਾਇਰ ਕੀ ਦੀ ਗੱਲ ਕਰਾਂ, ਮੋਡੀਫਾਇਰ ਕੀ ਦਾ ਮਤਲਬ ਸਮਝਦੇ ਤੁਸੀਂ ਆਨਸਰ ਕਰ ਸਕਦੇ ਹੋ। ਮੋਡੀਫਾਈ ਦਾ ਮਤਲਬ ਕੀ ਹੁੰਦਾ ਹੈ, ਯੂਜ਼ ਟੂ ਮੋਡੀਫਾਈ ਦਾ ਮੀਨਿੰਗ ਆਫ ਐਨੀ ਕੀ। ਠੀਕ ਹੈ, ਹੁਣ ਦੇਖੋ ਜੇਕਰ ਤੁਸੀਂ ਕੱਲਾ ਆਪਣੇ ਸਿਸਟਮ 'ਚ A ਪ੍ਰੈਸ ਕਰਦੇ ਹੋ ਤਾਂ ਉਹਦਾ ਮਤਲਬ ਕੀ ਹੁੰਦਾ, ਤੁਸੀਂ A ਲਿਖ ਰਹੇ ਹੋ। ਜਿੱਦਾਂ ਮੰਨ ਲਓ ਤੁਸੀਂ MS ਵਰਡ 'ਚ ਕੰਮ ਕਰ ਰਹੇ ਹੋ ਤਾਂ MS ਵਰਡ ਤੁਸੀਂ ਕੱਲਾ A ਦੱਬਿਆ, ਉਸ ਗੱਲ ਦਾ ਮਤਲਬ ਹੈਗਾ ਕਿ ਤੁਸੀਂ A ਲਿਖਿਆ। ਪਰ ਜੇਕਰ ਕੰਟਰੋਲ A ਦੱਬਤਾ ਫਿਰ ਤਾਂ ਉਸ ਗੱਲ ਦਾ ਮਤਲਬ ਕੀ ਬਣ ਜਾਏਗਾ, ਤੁਹਾਡੇ ਕੋਲ ਪੂਰਾ ਦਾ ਪੂਰਾ ਪੇਜ ਕੀ ਹੋ ਜਾਏਗਾ, ਸਿਲੈਕਟ ਹੋ ਜਾਏਗਾ। ਤਾਂ ਇਸ ਗੱਲ ਦਾ ਮਤਲਬ ਕੀ ਹੋਇਆ ਕਿ ਮੋਡੀਫਾਇਰ ਦਾ ਕੀ ਦਾ ਮਤਲਬ ਕੀ ਹੈ ਕਿ ਨੋਰਮਲ ਕੀ ਨੂੰ ਕਿੱਦਾਂ ਬਿਹੇਵ ਕਰਾਉਂਦਾ ਐਜ਼ ਐਨ ਸੁਪਰ ਕੀ।
ਐਜ਼ ਐਨ ਸੁਪਰ ਕੀ, ਜਾਂ ਫਿਰ ਆਪਾਂ ਇੱਦਾਂ ਵੀ ਕਹਿ ਸਕਦੇ ਨੇ ਐਜ਼ ਐਨ ਮੋਡੀਫਾਈ ਕੀ ਦੀ ਤਰ੍ਹਾਂ ਆਪਾਂ ਇਹਨੂੰ ਕੀ ਕਰਦੇ ਯੂਜ਼ ਕਰਦੇ। ਇੱਕ ਨੋਰਮਲ ਕੀ ਦਾ ਪੂਰਾ ਮੀਨਿੰਗ ਹੀ ਕੀ ਹੁੰਦਾ ਬੱਚਿਓ, ਚੇਂਜ ਹੋ ਜਾਂਦਾ ਕੰਟਰੋਲ ਨਾਲ ਵੀ, ਆਲਟ ਨਾਲ ਵੀ, ਸ਼ਿਫਟ ਨਾਲ ਵੀ, ਠੀਕ ਹੈ। ਤੇ ਇਹ ਜਿਹੜੀ ਤਿੰਨੋਂ ਚੀਜ਼ਾਂ ਕੀਜ਼ ਨੇ ਕਿੱਥੇ ਰੱਖੀਆਂ ਜਾਂਦੀਆਂ ਨੇ, ਮੋਡੀਫਾਇਰ ਕੀ 'ਚ ਰੱਖੀਆਂ ਜਾਂਦੀਆਂ ਨੇ। ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ। ਤੇ ਇੱਕ ਵਾਰੀ ਐਂਟਰ ਵਿੱਚ ਵੀ ਕੁਐਸਚਨ ਪੁੱਛਿਆ ਗਿਆ, ਕੀ ਕੁਐਸਚਨ ਪੁੱਛਿਆ ਗਿਆ ਕਿ ਐਂਟਰ ਦਾ ਮਤਲਬ ਕੀ ਹੁੰਦਾ ਹੈ। ਤਾਂ ਐਂਟਰ ਦਾ ਪਹਿਲਾ ਮਤਲਬ ਹੁੰਦਾ ਹੈ ਇਟ ਇਜ਼ ਯੂਜ਼ਡ ਟੂ ਫਿਨਿਸ਼ ਐਨੀ ਐਨ ਐਂਟਰੀ ਐਂਡ ਬਿਗਨ ਟੂ ਨਿਊ ਐਂਟਰੀ ਇਨ ਅ ਡਾਕੂਮੈਂਟ। ਐਂਟਰ ਕੀ ਦਾ ਮਤਲਬ ਹੁੰਦਾ ਜੇ ਕੋਈ ਵੀ ਥਾਂ ਤੇ ਤੁਸੀਂ ਮੰਨ ਲਓ ਤੁਸੀਂ ਇੱਕ ਪੈਰਾਗ੍ਰਾਫ ਲਿਖ ਰਹੇ ਹੋ, ਤਾਂ ਉਸ ਪੈਰਾਗ੍ਰਾਫ ਦਾ ਮੀਨਿੰਗ ਤੁਸੀਂ ਐਂਡ ਕਰਨਾ, ਤਾਂ ਤੁਸੀਂ ਕੀ ਕਰਦੇ ਹੋ, ਐਂਡ ਦਬਾਉਂਦੇ ਹੋ। ਤਾਂ ਉਸ ਗੱਲ ਦਾ ਮਤਲਬ ਕੀ ਹੋਇਆ ਕਿ ਇਸ ਪਰਟੀਕੂਲਰ ਪੈਰਾ ਦਾ ਮੀਨਿੰਗ ਕੀ ਹੋ ਗਿਆ, ਐਂਡ ਹੋ ਗਿਆ, ਠੀਕ ਹੈ। ਉਸ ਪਰਟੀਕੂਲਰ ਪੈਰੇ ਦਾ ਮੀਨਿੰਗ ਕੀ ਹੋਇਆ, ਐਂਡ ਹੋ ਗਿਆ, ਠੀਕ ਹੈ। ਤਾਂ ਐਂਟਰ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਤੁਹਾਡੇ ਕੋਲ ਐਂਡ ਕਰਨਾ। ਤੇ ਐਂਟਰ ਦਾ ਇੱਕ ਮੀਨਿੰਗ ਹੋਰ ਵੀ ਹੁੰਦਾ ਸਬਮਿਟ ਕਰਨਾ। ਐਂਟਰ ਦਾ ਇੱਕ ਮੀਨਿੰਗ ਇਹ ਵੀ ਹੁੰਦਾ ਸਬਮਿਟ ਕਰਨਾ ਕਿਸੇ ਚੀਜ਼ ਨੂੰ। ਤੇ ਐਂਟਰ ਦਾ ਤੀਜਾ ਮੀਨਿੰਗ ਕੀ ਹੁੰਦਾ, ਕਿਸੇ ਚੀਜ਼ ਨੂੰ ਓਪਨ ਕਰਨਾ। ਤੇ ਸਾਰੇ ਦੇ ਸਾਰੇ ਮੀਨਿੰਗ ਜਿਹੜੇ ਨੇ ਕਾਹਦੇ ਹੁੰਦੇ ਨੇ, ਐਂਟਰ ਕੀ ਦੇ ਤੁਹਾਡੇ ਕੋਲ ਹੁੰਦੇ ਨੇ। ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ। ਚਲਿਏ ਆਪਾਂ ਅੱਗੇ ਚਲਿਏ। ਹੁਣ ਆਪਾਂ ਇੱਕ ਬਾਰੇ ਪਹਿਲਾਂ ਤਾਂ ਇੱਕੋ ਡਿਵਾਈਸ ਆਪਾਂ ਅਜੇ ਤੱਕ ਡਿਸਕਸ ਕੀਤਾ, ਉਹ ਸੀਗਾ ਤੁਹਾਡਾ ਕੀਬੋਰਡ। ਹੁਣ ਇੱਕ ਡਿਵਾਈਸ ਕੱਲਾ ਆਪਾਂ ਨੇ ਡਿਸਕਸ ਕਰਨਾ ਹੈਗਾ। ਤਾਂ ਧਿਆਨ ਦਿਓ, ਉਹ ਜਿਹੜੇ ਅਗਲੇ ਸਾਰੇ ਡਿਵਾਈਸਿਸ ਨੇ ਉਹ ਮੈਂ ਕੈਟਾਗਰੀ ਬਣਾਤੀ ਹੈਗੀ ਆ ਤਾਂ ਕਿ ਮੈਨੂੰ ਬੱਚਿਆਂ ਨੂੰ ਆਨਸਰ ਕਰਨ ਲਈ ਕੋਈ ਦਿੱਕਤ ਨਾ ਆਏ। ਹੁਣ ਜਿਹੜਾ ਆਪਾਂ ਡਿਸਕਸ ਕਰਨਾ ਸਭ ਤੋਂ ਪਹਿਲਾਂ ਪੁਆਇੰਟਿੰਗ ਡਿਵਾਈਸ। ਪੁਆਇੰਟਿੰਗ ਡਿਵਾਈਸ ਜਿਹੜੇ ਵੀ ਹੈਗੇ ਨੇ ਉਹ ਇੱਕ ਹੀ ਕੈਟਾਗਰੀ 'ਚ ਆਪਾਂ ਰੱਖਣੇ ਨੇ। ਤਾਂ ਪੁਆਇੰਟਿੰਗ ਡਿਵਾਈਸਿਸ ਬਾਰੇ ਤੁਹਾਨੂੰ ਪਤਾ ਵੀ ਹੈਗਾ, ਉਹਦੇ 'ਚ ਕੋਈ ਜ਼ਿਆਦਾ ਪੜ੍ਹਨ ਦੀ ਤੁਹਾਨੂੰ ਲੋੜ ਨਹੀਂ ਹੈਗੀ, ਤੁਹਾਨੂੰ ਸਿਰਫ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ। ਤਾਂ ਪਹਿਲਾ ਇਨਪੁਟ ਡਿਵਾਈਸਿਸ ਦੀ ਅਗਰ ਮੈਂ ਗੱਲ ਕਰਾਂ ਤਾਂ ਪਹਿਲਾ ਇਨਪੁਟ ਡਿਵਾਈਸ ਹੈਗਾ ਮੇਰੇ ਕੋਲ ਮਾਊਸ, ਠੀਕ ਹੈ। ਮਾਊਸ ਦੀ ਜੇਕਰ ਮੈਂ ਗੱਲ ਕਰਾਂ ਤਾਂ ਦ ਮਾਊਸ ਸਮ ਟਾਈਮ ਇਜ਼ ਕੋਲਡ ਅ ਪੁਆਇੰਟਰ। ਮਾਊਸ ਨੂੰ ਕੀ ਕਹਿੰਦੇ ਆਪਾਂ, ਪੁਆਇੰਟਰ ਵੀ ਕਹਿੰਦੇ ਨੇ। ਇਜ਼ hand operated input device used to manipulate object on a computer screen। ਤੁਹਾਨੂੰ ਪਤਾ ਹੀ ਹੈ ਜੀ। ਤੇ ਨਾਲੇ ਆ ਜਿਹੜਾ ਤੁਸੀਂ ਕਰਸਰ ਦੇਖ ਰਹੇ ਹੋ ਵੀ ਸਾਰਾ ਮਾਊਸ ਨਾਲ ਹੀ ਹਿਲਾ ਰਿਹਾ। ਤੇ ਇਹ ਮਾਊਸ ਜਿਹੜਾ ਹੈਗਾ ਕਿਹੜੀ ਕੈਟਾਗਰੀ 'ਚ ਰੱਖਿਆ ਜਾਂਦਾ, ਮਾਊਸ ਜਿਹੜਾ ਰੱਖਿਆ ਜਾਂਦਾ ਪੁਆਇੰਟਿੰਗ ਡਿਵਾਈਸ ਦੀ ਕੈਟਾਗਰੀ 'ਚ ਰੱਖਿਆ ਜਾਂਦਾ। ਤੇ ਇਹ ਕੀ ਹੈਗਾ ਸਾਡੇ ਕੋਲ ਇਨਪੁਟ ਡਿਵਾਈਸ। ਨੈਕਸਟ ਗੱਲ ਕਰੀਏ ਟਰੈਕ ਬੋਲ। ਤਾਂ ਟਰੈਕ ਬੋਲ ਵੀ ਕੀ ਹੈਗਾ, ਇਹ ਵੀ ਤੁਹਾਡੇ ਕੋਲ ਇੱਕ ਛੋਟਾ ਜਿਹਾ ਡਿਵਾਈਸ ਹੁੰਦਾ ਜਿਹਦੇ ਨਾਲ ਕੰਪਿਊਟਰ 'ਚ ਆਪਾਂ ਕੀ ਕਰਦੇ ਆ, ਇਨਪੁਟ ਦਿੰਦੇ ਆ। ਅ ਸਮall ball that is set in a holder and can be rotated by hand to move a cursor on a computer screen। ਆ ਧਿਆਨ ਨਾਲ ਦੇਖੋ ਜੀ, ਛੋਟਾ ਜਿਹਾ ਹੁੰਦਾ। ਜੇਕਰ ਬੱਚਿਓ ਕਿਸੇ ਨੂੰ ਇਹ ਨਹੀਂ ਸਮਝ ਆ ਰਿਹਾ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੂੰਗਾ। ਤੁਹਾਨੂੰ ਯਾਦ ਹੁੰਦਾ ਮਟਰੋਲਾ ਦੇ ਫੋਨ ਆਉਂਦੇ ਸੀਗੇ, ਮਟਰੋਲਾ ਦੇ ਫੋਨ ਹੁੰਦੇ ਸੀਗੇ, ਉਹਨਾਂ ਦੇ ਉੱਪਰ ਨਾ ਇੱਕ ਇਹੋ ਜਿਹਾ ਗੋਲ ਜਿਹਾ ਬੋਲ ਲੱਗਿਆ ਹੁੰਦਾ ਸੀਗਾ। ਉਹ ਵੀ ਕੀ ਹੁੰਦਾ, ਤੁਹਾਡੇ ਕੋਲ ਟਰੈਕ ਬੋਲ ਹੁੰਦਾ। ਜੇਕਰ ਇਹ ਵੀ ਨਹੀਂ ਪਤਾ ਤਾਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਜਦ ਵੀ ਤੁਸੀਂ ਗੇਮਾਂ ਖੇਲਣਾ ਜਾਂਦੇ ਹੋ, ਜੇਕਰ ਪਲੇ ਸਟੋਰ 'ਚ ਤੁਸੀਂ ਗੇਮਾਂ ਖੇਲਣਾ ਜਾਂਦੇ ਹੋ ਤਾਂ ਉੱਥੇ ਵੀ ਕੀ ਹੁੰਦੇ, ਟਰੈਕ ਬੋਲ ਸਾਡੇ ਕੋਲ ਹੁੰਦੇ ਨੇ, ਠੀਕ ਹੈ। ਉਹ ਵੀ ਸਾਰੇ ਦੇ ਸਾਰੇ ਕਾਹਦੇ ਐਗਜ਼ਾਮਪਲ ਨੇ, ਟਰੈਕ ਬੋਲ ਜਿਹੜੇ ਨੇ ਸਾਰੇ ਪੁਆਇੰਟਿੰਗ ਡਿਵਾਈਸ ਦੇ ਹੀ ਸਾਡੇ ਕੋਲ ਐਗਜ਼ਾਮਪਲ ਨੇ। ਹੋਪਫੁਲੀ ਤੁਹਾਨੂੰ ਦੋਨੋਂ ਐਗਜ਼ਾਮਪਲ ਜਿਹੜੇ ਨੇ ਕਲੀਅਰ ਹੋਏ ਹੋਣੇ ਨੇ। ਮਾਊਸ ਵੀ ਕਿਹੜੀ ਡਿਵਾਈਸ ਕੈਟਾਗਰੀ 'ਚ ਰੱਖਿਆ ਜਾਂਦਾ, ਪੁਆਇੰਟਿੰਗ ਡਿਵਾਈਸ। ਟਰੈਕ ਬੋਲ ਵੀ ਕਿਹੜੀ ਕੈਟਾਗਰੀ ਰੱਖਿਆ ਜਾਂਦਾ, ਪੁਆਇੰਟਿੰਗ ਡਿਵਾਈਸ, ਠੀਕ ਹੈ। ਤੇ ਅੱਗੇ ਹੋਰ ਦੇਖਦੇ ਹਾਂ ਜੋਇਸਟਿਕ। ਹੁਣੇ ਮੈਂ ਪਿੱਛੇ ਗੱਲ ਕਰਕੇ ਹਟਿਆ, ਜੋਇਸਟਿਕ ਦਾ ਯੂਜ਼ੇਜ ਕੀ ਹੁੰਦਾ, ਗੇਮਿੰਗ ਪਰਪਸ ਨਾਲ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਤੇ ਅਗਲਾ ਜਿਹੜਾ ਮੋਸਟ ਇੰਪੋਰਟੈਂਟ ਹੈਗਾ ਟੱਚ ਪੈਡ। ਟੱਚ ਪੈਡ ਧਿਆਨ ਨਾਲ ਦੇਖੋ ਕਿ ਟੱਚ ਪੈਡ ਜਿਹੜਾ ਹੈਗਾ, ਦ ਟੱਚ ਪੈਡ ਇਜ਼ ਯੂਜ਼ਡ ਫॉर ਐਂਟਰਿੰਗ ਦ ਟੈਕਸਟ ਇਨਟੂ ਅ ਕੰਪਿਊਟਰ। ਆਹ ਤੁਹਾਡੇ ਕੰਪਿਊਟਰ ਜਿਹੜੇ ਵੀ ਬੱਚੇ ਲੈਪਟਾਪ ਯੂਜ਼ ਕਰ ਰਹੇ ਨੇ, ਉੱਥੇ ਜਿਹੜਾ ਲੈਪਟਾਪ 'ਚ ਬਣਿਆ ਹੁੰਦਾ ਜਿਹਦੇ ਨਾਲ ਆਪਾਂ ਕਰਸਰ ਇਹਨੂੰ ਕਹਿੰਦੇ ਨੇ। ਕਰਸਰ ਜਦ ਮੰਨ ਲਓ ਸਾਡੇ ਕੋਲ ਮਾਊਸ ਨਹੀਂ ਹੈਗਾ ਤਾਂ ਆਪਾਂ ਇਸ ਸਕਰੀਨ ਨਾਲ, ਇਸ ਪੈਡ ਨਾਲ ਕੀ ਕਰਦੇ ਹਾਂ, ਇਨਪੁਟ ਦਿੰਦੇ ਹਾਂ। ਤਾਂ ਆਹ ਜਿਹੜਾ ਹੈਗਾ ਆ ਵੀ ਕੀ ਹੁੰਦਾ, ਪੁਆਇੰਟਿੰਗ ਡਿਵਾਈਸ ਦੀ ਕੈਟਾਗਰੀ 'ਚ ਰੱਖਿਆ ਜਾਂਦਾ। ਤੇ ਲਾਈਟ ਪੈਨ ਦੀ ਅਗਰ ਮੈਂ ਗੱਲ ਕਰਾਂ ਤਾਂ ਅੱਜ ਦੀ ਡੇਟ 'ਚ ਬੜੀ ਕਾਮਨ ਦੀ ਗੱਲ ਹੈਗੀ ਹੈ। ਤੁਸੀਂ ਲਾਇਸੈਂਸ ਅਥਾਰਟੀ ਜਾਓਗੇ ਬੱਚੋ, ਤਾਂ ਅੱਜ ਦੀ ਡੇਟ ਡਿਜੀਟਲ ਸਿਗਨੇਚਰ ਤੁਸੀਂ ਕਰ ਰਹੇ ਹੋ। ਤੁਹਾਡੇ ਜਿਹੜੇ ਡਿਜੀਟਲ ਸਿਗਨੇਚਰ ਹੈਗੇ ਉਹ ਕਿਸ ਚੀਜ਼ ਦੀ ਹੈਲਪ ਨਾਲ ਹੋ ਰਹੇ ਨੇ, ਲਾਈਟ ਪੈਨ ਦੀ ਹੈਲਪ ਨਾਲ ਹੋ ਰਹੇ ਨੇ। ਤਾਂ ਹੋਪਫੁਲੀ ਤੁਹਾਨੂੰ ਇਹ ਵੀ ਗੱਲ ਕਲੀਅਰ ਹੋਈ ਹੋਣੀ ਹੈ। ਤਾਂ ਇਹ ਜਿਹੜੇ ਤਿੰਨੋਂ ਨੇ ਇਹ ਵੀ ਤੁਹਾਡੇ ਕਾਹਦੇ 'ਚ ਰੱਖੇ ਜਾਂਦੇ ਨੇ, ਪੁਆਇੰਟਿੰਗ ਡਿਵਾਈਸ 'ਚ ਕੰਸੀਡਰ ਕੀਤੇ ਜਾਂਦੇ ਨੇ, ਠੀਕ ਹੈ ਜੀ। ਚਲਿਏ ਆਪਾਂ ਹੋਰ ਵੀ ਪੁਆਇੰਟਿੰਗ ਡਿਵਾਈਸ ਕੰਸੀਡਰ ਕਰਨੇ ਆ। ਤੇ ਅਗਲਾ ਜਿਹੜਾ ਪੁਆਇੰਟਿੰਗ ਡਿਵਾਈਸ ਹੈਗਾ ਤੁਹਾਡਾ ਡਿਜੀਟਾਈਜ਼ਰ। ਡਿਜੀਟਾਈਜ਼ਰ ਦੀ ਮੈਂ ਗੱਲ ਕਰਾਂ, ਆ ਡਿਜੀਟਾਈਜ਼ਰ ਟੇਬਲ ਆਲਸੋ ਨੋਨ ਐਜ਼ ਅ ਡਿਜੀਟਾਈਜ਼ਰ ਔਰ ਗ੍ਰਾਫਿਕ ਟੈਬਲੇਟ, ਠੀਕ ਹੈ। It's a tool used to convert handwritten images into a format suitable for computer processing। ਅੱਜ ਦੀ ਡੇਟ 'ਚ ਬੱਚਿਓ ਇੱਕ ਨਾ ਬੜੀ ਕਾਮਨ ਦੀ ਚੀਜ਼ ਆ ਰਹੀ ਹੈ ਕਿ ਆਪਾਂ ਕੁਝ ਵੀ ਕੋਈ ਵੀ ਪੇਂਟਿੰਗ ਵਗੈਰਾ ਹੱਥ ਨਾਲ ਬਣਾਉਂਦੇ ਆ, ਉਹਨੂੰ ਸਿਸਟਮ 'ਚ ਆਪਾਂ ਨੇ ਕੀ ਕਰਨਾ, ਪਾਉਣਾ ਹੈਗਾ। ਤਾਂ ਉਹ ਜਿਹੜਾ ਸਾਰਾ ਕੰਮ ਹੋ ਰਿਹਾ ਉਹ ਕਿਹਦੇ ਨਾਲ ਹੋ ਰਿਹਾ, ਡਿਜੀਟਾਈਜ਼ਰ ਨਾਲ ਹੋ ਰਿਹਾ,
ठीक है। तो आ भी की होंदा साडे कोल पॉइंटिंग डिवाइस। तो स्टाइलस बारे मैं तुहानूं दसना चाहूँगा, आ जिहड़ी चीज़ हैगी है तुसीं अपने मोबाइल फोन च यूज़ कर रहे हो, ਜਿਹੜੇ ਵੀ जिन्हां भी स्टूडेंटां कोल नोकिया ਦੇ मोबाइल होणगे, नोकिया ਦੀ ਜਿਹੜੀ ਮਹਿੰਗੀ ਸੀਰੀਜ਼ ਹੈਗੀ ਹੈ, ਠੀਕ ਹੈ। ਤਾਂ ਉੱਥੇ ਆਪਾਂ ਨੂੰ ਇੱਕ ਪੈਨ ਮਿਲਦਾ ਜਿਹਨੂੰ ਆਪਾਂ ਕੀ ਕਹਿੰਦੇ ਆ, ਸਟਾਈਲਿਸ ਕਹਿੰਦੇ ਨੇ, ਜਿਸ ਪੈਨ ਨਾਲ ਆਪਾਂ ਕੀ ਕਰਦੇ ਹਾਂ, ਦੂਰ ਨਾਲ ਲਿਖ ਵੀ ਸਕਦੇ ਹਾਂ ਤੇ ਇਨਪੁਟ ਵੀ ਦੇ ਸਕਦੇ ਹਾਂ। ਤਾਂ ਜਿਹੜਾ ਡਿਵਾਈਸ ਹੁੰਦਾ ਆ ਜਿਹੜਾ ਹੈਗਾ ਸਟਾਈਲਿਸ ਇਹਨੂੰ ਕਹਿੰਦੇ ਨੇ, ਤੇ ਕਿਹੜੀ ਕੈਟਾਗਰੀ 'ਚ ਰੱਖਿਆ ਜਾਂਦਾ ਹੈ? ਆ ਰੱਖਿਆ ਜਾਂਦਾ ਹੈ ਪੋਇੰਟਿੰਗ ਡਿਵਾइस ਦੀ ਕੈਟਾਗਰੀ ਤੁਹਾਡੇ ਕੋਲ ਰੱਖਿਆ ਜਾਂਦਾ। ਹੋਪਫੁਲੀ ਤਾਂ ਗੱਲ ਕਲੀਅਰ ਹੈ ਜੀ। ਇਹ ਵੀ ਕੀ ਹੈਗਾ ਤੁਹਾਡਾ ਇਨਪੁਟ ਡਿਵਾइस ਹੈਗਾ। ਚਲਿਏ ਅੱਗੇ ਗੱਲ ਕਰਦੇ ਹਾਂ। ਤੇ ਅੱਗੇ ਜਿਹੜਾ ਹੈਗਾ QR ਕੋਡ, ਅੱਜ ਦੀ ਡੇਟ ਦਾ ਬੜਾ ਕਾਮਨ ਚੀਜ਼ ਜਿਹੜਾ ਕਿ ਤੁਸੀਂ ਆਪਣੀ ਡੇ ਟੂ ਡੇ ਲਾਈਫ 'ਚ ਬੱਚੇ ਯੂਜ਼ ਕਰ ਰਹੇ ਹੋ। ਤੇ ਮੈਨੂੰ ਲੱਗਦਾ ਪੇਟੀਐਮ ਤੁਸੀਂ ਸਾਰੇ ਯੂਜ਼ ਕਰਦੇ ਹੋਣੇ ਆ, ਕੋਈ ਵੀ ਚੀਜ਼ ਅੱਜ ਦੀ ਡੇਟ 'ਚ ਤੁਸੀਂ ਯੂਜ਼ ਕਰਕੇ ਇਨਪੁਟ ਦੇ ਰਹੇ ਹੋ। ਤੇ QR ਕੋਡ ਜਿਹੜਾ ਹੈਗਾ ਉਹ ਵੀ ਕਿਹੜੀ ਕੈਟਾਗਰੀ 'ਚ ਰੱਖਿਆ ਜਾਂਦਾ ਹੈ? ਪੋਇੰਟਿੰਗ ਡਿਵਾइस ਦੀ ਕੈਟਾਗਰੀ 'ਚ। ਹੁਣ ਪਹਿਲੇ ਆਪਾਂ ਪੋਇੰਟਿੰਗ ਨੂੰ ਥੋੜਾ ਹੋਰ ਕਲੀਅਰ ਕਰਦੇ ਹਾਂ। ਉਰੇ ਕੁਐਸਚਨ ਕਿੱਦਾਂ ਪੁੱਛਿਆ ਜਾਂਦਾ ਕਿ ਪੋਇੰਟਿੰਗ, ਜਿੱਦਾਂ QR ਕੋਡ ਬਾਰੇ ਮੈਂ ਗੱਲ ਕਰਦਾ, ਤਾਂ ਤੁਹਾਡੇ ਤੋਂ ਕੁਐਸਚਨ ਆਏਗਾ ਕਿ ਜਿਹੜਾ QR ਕੋਡ ਹੈਗਾ ਉਹ ਕਿਹੜੀ ਟਾਈਪ ਹੈਗਾ ਕੰਪਿਊਟਰ ਦੀ, ਤੁਹਾਡੇ ਕੋਲ ਪੋਇੰਟਿੰਗ ਡਿਵਾइस ਜਾਂ ਫਿਰ ਡਾਇਰੈਕਟ ਇਨਪੁਟ ਡਿਵਾइसेस। ਤਾਂ ਅੱਜ ਤੱਕ ਆਪਾਂ ਕੀ ਦੇਖਿਆ ਕਿ ਆਪਾਂ ਇੱਕ ਟਾਈਪ ਕਵਰ ਕੀਤੀ ਆ, ਪੋਇੰਟਿੰਗ ਡਿਵਾइस। ਤਾਂ ਜਿਹੜੀ ਸਾਰੀ ਪਿੱਛੇ ਜਿੰਨੀ ਵੀ ਤੁਸੀਂ ਪੋਇੰਟਿੰਗ ਦੇਖੀ ਹੈ ਮੇਰੇ ਨਾਲ ਦੇਖੀਆਂ ਨੇ, ਉਹ ਸਾਰੀ ਕੀ ਨੇ? ਪੋਇੰਟਿੰਗ ਡਿਵਾइसेस ਨੇ। ਤੇ ਨੈਕਸਟ ਜਿਹੜੇ ਬਚਦੇ ਨੇ ਉਹ ਇਨਪੁਟ ਡਿਵਾइसेस, ਉਹ ਕੀ ਨੇ ਸਾਡੇ ਕੋਲ? ਡਾਇਰੈਕਟ ਇਨਪੁਟ ਡਿਵਾइसेस ਨੇ। ਉਹ ਹੈਗੇ ਦੋਨੋਂ ਹੀ ਇਨਪੁਟ ਡਿਵਾइसेस ਨੇ, ਪਰ ਮੈਂ ਕੈਟਾਗਰਾਈਜ਼ ਕਰਤਾ ਤਾਂ ਕਿ ਸਟੂਡੈਂਟ ਨੂੰ ਆਨਸਰ ਦੇਣ 'ਚ ਕੋਈ ਦਿੱਕਤ ਨਾ ਹੋਵੇ, ਠੀਕ ਹੈ। ਤਾਂ ਆਪਾਂ ਅਜੇ ਤੱਕ ਪੜ੍ਹੇ ਨੇ ਸਾਰੇ ਪੋਇੰਟਿੰਗ ਡਿਵਾइस, ਹੁਣ ਆਪਾਂ ਪੜ੍ਹਨੇ ਨੇ ਡਾਇਰੈਕਟ ਇਨਪੁਟ ਡਿਵਾइसेस। ਜਿਹੜੇ ਬਚ ਗਏ ਨੇ ਉਹ ਸਾਰੇ ਦੇ ਸਾਰੇ ਆਪਾਂ ਕਿੱਥੇ ਪਾਉਣੇ? ਡਾਇਰੈਕਟ ਇਨਪੁਟ ਡਿਵਾइसेस। ਚਲਿਏ ਦੇਖਦੇ ਹਾਂ ਆਪਾਂ ਡਾਇਰੈਕਟ ਇਨਪੁਟ ਡਿਵਾइसेस। ਤਾਂ ਸਭ ਤੋਂ ਪਹਿਲਾਂ ਕੀ ਆਏਗਾ? ਸਕੈਨਰ, ਸਮਾਰਟ ਕਾਰਡ, ਮਾਈਕਰੋਫੋਨ, ਵੈਬਕੈਮ, ਬਾਰਕੋਡ ਰੀਡਰ, OCR, MICR ਐਂਡ OMR। ਇਹ ਸਾਰੀ ਆਪਾਂ ਚੀਜ਼ਾਂ ਹੁਣੇ ਪੜ੍ਹਨੀਆਂ ਨੇ। ਆ ਦੇਖੋ ਜੀ, ਤਾਂ ਆਪਾਂ ਸਭ ਤੋਂ ਪਹਿਲਾਂ ਸਕੈਨਰ ਦੀ ਗੱਲ ਕਰੀਏ। ਸਕੈਨਰ ਵੀ ਕੀ ਹੁੰਦਾ? ਸਾਡੇ ਕੋਲ ਇੱਕ ਇਨਪੁਟ ਡਿਵਾइस ਹੁੰਦਾ ਹੈ। A scanner is a device that capture the image from photographic, print, poster, magazine, page and similar sources for computer editing and display. Scanner come in the handheld, feed in and flatbed type, and the scanning black and white only or color। मतलब जिद्दां भी तुसी तुहाडी रिक्वायरमेंट हैगी है ਉਹਦੇ ਹਿਸਾਬ ਨਾਲ ਤੁਸੀਂ ਕੀ ਕਰ ਸਕਦੇ ਹੋ? ਇਨਪੁਟ ਲੈ ਕੇ ਉਹਦਾ ਆਊਟਪੁੱਟ ਪ੍ਰੋਡਿਊਸ ਕਰ ਸਕਦੇ ਹੋ। ਤਾਂ ਤੁਹਾਨੂੰ ਪਤਾ ਲੱਗੇ ਕਿ ਇਹ ਜਿਹੜਾ ਹੈਗਾ ਇਹ ਡਾਇਰੈਕਟ ਇਨਪੁਟ ਕੈਟਾਗਰੀ ਤੇ ਰੱਖਿਆ ਜਾਣਾ, ਕਿਉਂਕਿ ਉਹਦੇ ਪੁਆਇੰਟਿੰਗ ਨਹੀਂ ਬਣਨੇ, ਠੀਕ ਹੈ। ਉਹਦੇ ਪੁਆਇੰਟਿੰਗ ਨਹੀਂ ਬਣਨੇ, ਠੀਕ ਹੈ। ਤੇ ਮਾਈਕਰੋਫੋਨ ਜਿਹਨੂੰ ਆਪਾਂ ਕਹਿੰਦੇ ਨੇ, ਤਾਂ ਮਾਈਕਰੋਫੋਨ ਵੀ ਕੀ ਹੈਗਾ? ਤੁਹਾਡਾ ਇਨਪੁਟ ਡਿਵਾइस ਹੈਗਾ, ਪਰ ਕਿਹੜਾ ਹੈਗਾ? ਪੁਆਇੰਟਿੰਗ ਨਹੀਂ ਹੈਗਾ, ਇਹ ਨਾਰਮਲ ਇਨਪੁਟ ਡਿਵਾइस ਹੈਗਾ। A microphone is a device that capture the audio by converting sound wave into the electronic signal, ਠੀਕ ਹੈ। ਸਾਊਂਡ ਵੇਵ ਨੂੰ ਕਾਹਦੇ 'ਚ ਕਨਵਰਟ ਕਰ ਦਿੰਦਾ ਜੀ? ਇਲੈਕਟ੍ਰੋਨਿਕ ਸਿਗਨਲ 'ਚ ਕਨਵਰਟ ਕਰਕੇ ਸਾਡਾ ਕੰਮ ਜਿਹੜਾ ਸੁਖਾਲਾ ਹੋ ਜਾਂਦਾ, ਠੀਕ ਹੈ। ਚਲਿਏ ਆਪਾਂ ਹੋਰ ਦੇਖਦੇ ਹਾਂ। ਸਮਾਰਟ ਕਾਰਡ। ਸਮਾਰਟ ਕਾਰਡ ਦਾ ਮਤਲਬ ਹੈਗਾ ਤੁਹਾਡੇ ਕੋਲ ਜਿੰਨੇ ਵੀ ਤੁਹਾਡੇ ATM ਕਾਰਡ ਨੇ, ਡਿਜੀਟਲ ਕਾਰਡ ਨੇ, ਸ਼ੋਪਿੰਗ ਕੰਪਲੈਕਸ ਜਿਹੜੇ ਵੀ ਕਾਰਡ ਹੁੰਦੇ ਨੇ, ਉਹ ਕਿੱਥੇ ਕਿਹੜੀ ਕੈਟਾਗਰੀ ਰੱਖੇ ਜਾਂਦੇ ਨੇ? ਸਮਾਰਟ ਕਾਰਡ ਦੀ ਕੈਟਾਗਰੀ 'ਚ। ਤੇ ਉਹ ਕੀ ਹੁੰਦੇ? ਤੁਹਾਡੇ ਡਾਇਰੈਕਟ ਇਨਪੁਟ ਡਿਵਾइसेस ਹੁੰਦੇ ਨੇ। ਪਲਾਸਟਿਕ ਕਾਰਡ ਹੁੰਦਾ ਹੈ, ਮਾਈਕਰੋ ਪ੍ਰੋਸੈਸਰ ਯੂਜ਼ਡ ਹੁੰਦੇ ਨੇ, ਬਸ ਉਹਦੇ 'ਚ ਆਪਾਂ ਸਾਰਾ ਕੰਮ ਕਰ ਲੈਂਦੇ ਨੇ। ਤੇ ਵੈਬਕੈਮ ਵੀ ਕੀ ਹੁੰਦਾ? ਤੁਹਾਡਾ ਜਿਹੜਾ ਇਨਪੁਟ ਡਿਵਾइस ਹੈਗਾ, ਡਾਇਰੈਕਟ ਇਨਪੁਟ ਡਿਵਾइसेस ਹੈਗਾ, ਜਿਹਦੇ ਨਾਲ ਆਪਾਂ ਇਮੇजेस ਕੀ ਕਰਦੇ ਨੇ? ਸ਼ੇਅਰ ਕਰਦੇ ਨੇ, ਠੀਕ ਹੈ। चलिए ਆਪਾਂ ਨੈਕਸਟ ਦੇਖੀਏ ਬਾਰਕੋਡ ਰੀਡਰ। ਆ ਬਾਰਕੋਡ ਰੀਡਰ ਤਾਂ ਤੁਹਾਨੂੰ ਕਲੀਅਰ ਹੀ ਹੋਣਾ ਬੱਚਿਓ, ਤੁਸੀਂ ਹਰ ਥਾਂ ਤੇ ਅੱਜ ਡੇਟ ਸ਼ਾਪਿੰਗ ਕਰਦੇ ਹੋ, ਜਿੱਦਾਂ ਤੁਸੀਂ ਕਿਸੇ ਮਾਲ 'ਚ ਸ਼ਾਪਿੰਗ ਕਰ ਰਹੇ ਹੋ, ਜਦ ਵੀ ਤੁਸੀਂ ਬਿਲਿੰਗ ਕਰਾਉਂਦੇ ਹੋ ਨਾ ਆਪਣੀ, ਤਾਂ ਤੁਸੀਂ ਬਾਰਕੋਡ ਨਾਲ ਉਸ ਨਾਲ ਲਾਈਨਾਂ ਨੂੰ ਕੀ ਕਰਦੇ ਹੋ? ਸਕੈਨ ਕਰਦੇ ਹੋ। ਉਹ ਜਿਹੜੀ ਸਕੈਨਿੰਗ ਹੁੰਦੀ ਆ ਉਹ ਕਿਹਦੇ ਨਾਲ ਹੁੰਦੀ ਆ? ਬਾਰਕੋਡ ਰੀਡਰ ਨਾਲ। ਤੇ ਬਾਰਕੋਡ ਰੀਡਰ ਵੀ ਕਿਹੜੀ ਟਾਈਪ 'ਚ ਰੱਖਿਆ ਜਾਂਦਾ ਹੈ? ਡਾਇਰੈਕਟ ਇਨਪੁਟ ਡਿਵਾइसेस 'ਚ ਰੱਖਿਆ ਜਾਂਦਾ ਹੈ, ਠੀਕ ਹੈ। ਤੇ ਨੈਕਸਟ ਗੱਲ ਕਰੀਏ OCR। OCR ਦਾ ਫੁੱਲ ਫਾਰਮ ਕੀ ਹੁੰਦਾ ਹੈ? ਆਪਟੀਕਲ ਕਰੈਕਟਰ ਰਿਕੋਗਨੀਸ਼ਨ। ਧਿਆਨ ਦਿਓ ਪਹਿਲੇ ਤਾਂ, ਆਪਟੀਕਲ ਕਰੈਕਟਰ ਰਿਕੋਗਨੀਸ਼ਨ। ਕਈ ਵਾਰੀ ਪੇਪਰ 'ਚ ਵਰਡ ਰਿਕੋਗਨੀਸ਼ਨ ਨਾਲ ਲਿਖ ਕੇ ਰੀਡਰ ਵੀ ਲਿਖਿਆ ਹੋਇਆ ਆਉਂਦਾ ਹੈ। ਪਰ ਧਿਆਨ ਦੇਣਾ ਇੱਕ ਗੱਲ ਦਾ, ਜੇਕਰ ਤੁਹਾਡੇ ਕੋਲ ਦੋਨੋਂ ਵਰਡ ਨੇ ਰਿਕੋਗਨੀਸ਼ਨ ਤੇ ਰੀਡਰ, ਤਾਂ ਸਭ ਤੋਂ ਪਹਿਲਾਂ ਤੁਸੀਂ ਰਿਕੋਗਨੀਸ਼ਨ ਟਿਕ ਕਰੋ। ਜੇਕਰ ਰਿਕੋਗਨੀਸ਼ਨ ਨਹੀਂ ਹੈਗਾ ਤਾਂ ਤੁਸੀਂ ਰੀਡਰ ਟਿਕ ਕਰ ਸਕਦੇ ਹੋ। ਤਾਂ ਆ ਕੀ ਹੁੰਦਾ ਹੈ? ਤੁਹਾਨੂੰ ਇਮੇਜ ਦੇਖ ਕੇ ਸਾਰੀ ਗੱਲ ਕਲੀਅਰ ਹੋ ਰਹੀ ਹੋਣੀ ਹੈ ਕਿ ਉਰੇ ਕੀ ਹੋ ਰਿਹਾ ਕਿ ਇੱਕ ਪੇਜ ਹੈ, ਇਸ ਪੇਜ ਤੇ ਜਿਹੜਾ ਵੀ ਡੇਟਾ ਤੁਸੀਂ ਲਿਖਿਆ ਵਾ ਇਸ ਪੈਨ ਨਾਲ ਤੁਸੀਂ ਇਸ ਪੈਨ ਨੂੰ ਦੇ ਉੱਪਰ ਚਲਾਉਣਾ, ਜਿਹੜਾ ਵੀ ਡੇਟਾ ਤੁਸੀਂ ਆਪਣੇ ਇਸ ਪੇਜਾਂ ਤੇ ਲਿਖਿਆ ਉਹ ਸਾਰਾ ਡੇਟਾ ਆਟੋਮੈਟਿਕਲੀ ਕਿੱਥੇ ਕਨਵਰਟ ਹੋ ਕੇ ਚੱਲ ਜਾਏਗਾ? ਉਹ ਸਾਰਾ ਦਾ ਸਾਰਾ ਸਿਸਟਮ 'ਚ ਕਨਵਰਟ ਹੋ ਜਾਏਗਾ। ਤੇ ਇਸ ਡਿਵਾइस ਨੂੰ ਕੀ ਕਹਿੰਦੇ ਨੇ? OCR ਡਿਵਾइस, ਆਪਟੀਕਲ ਕਰੈਕਟਰ ਰਿਕੋਗਨੀਸ਼ਨ। ਕਿ ਜਿਹੜੇ ਵੀ ਸਾਡੇ ਕਰੈਕਟਰ ਨੇ ਉਹ ਸਾਡੇ ਕਿੱਥੇ ਕਨਵਰਟ ਹੋ ਜਾਣਗੇ? वर्ड फाइल से कन्वर्ट हो जाएंगे, ठीक है जी। होपफुली गल क्लियर है। चलिए अगर नेक्स्ट देखते हैं आप। नेक्स्ट है OMR।
OMR ਬਾਰੇ ਆਪਾਂ ਗੱਲ ਕਰੀਏ ਤਾਂ OMR ਦਾ ਫੁੱਲ ਫॉर्म ਪਹਿਲੇ ਪੜੂੰਗੇ, ऑप्टिकल मार्क रिकॉग्निशन। जेकर रिकॉग्निशन नहीं आया तो वर्ड क्या आएगा, रीडर। ਤੇ ਉਹੀ ਹੈ ਸੇਮ ਕਿ ਰੀਡਰ ਤੇ ਰਿਕੋਗਨੀਸ਼ਨ ਜੇਕਰ ਦੋਨੋਂ ਨੇ ਤਾਂ ਸਭ ਤੋਂ ਪਹਿਲਾਂ ਰਿਕੋਗਨੀਸ਼ਨ ਟਿਕ ਕਰਨਾ, ਰਿਕੋਗਨੀਸ਼ਨ ਨਹੀਂ ਹੈਗਾ ਤਾਂ ਰੀਡਰ ਟਿਕ ਕਰਨਾ। ਤੇ OMR ਦੀ ਮੈਂ ਗੱਲ ਕਰਾਂ ਤਾਂ ਆਨਸਰ ਸ਼ੀਟ ਨੂੰ ਚੈੱਕ ਕਰਨ ਲਈ ਆਪਾਂ ਕੀ ਕਰਦੇ ਹਾਂ, ਇਹਦਾ ਯੂਜ਼ ਕਰਦੇ ਹਾਂ। ਠੀਕ ਹੈ ਜੀ, ਤੁਹਾਨੂੰ ਪਤਾ ਵੀ ਹੋਣਾ ਇਸ ਗੱਲ ਦਾ। MICR ਬਾਰੇ ਗੱਲ ਕਰਾਂ, ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ। ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ ਬਾਰੇ ਆਪਾਂ ਗੱਲ ਕਰਦੇ ਹਾਂ। ਤੇ ਆਹ ਜਿਹੜੀ ਚੀਜ਼ ਹੈਗੀ ਹੈ MICR ਬੈਂਕਿੰਗ ਇੰਡਸਟਰੀ 'ਚ ਆਪਾਂ ਯੂਜ਼ ਕਰਦੇ ਹਾਂ। ਅੱਜ ਤੁਸੀਂ ਧਿਆਨ ਨਾਲ ਦੇਖੋ, ਆਹ ਨੀਚੇ ਜਿਹੜੇ ਨੰਬਰ ਲਿਖੇ ਨੇ, ਆਹ ਜਿਹੜੇ ਨੀਚੇ ਨੰਬਰ ਲਿਖੇ 32137860, ਆਹ ਜਿਹੜੇ ਸਾਰੇ ਦੇ ਸਾਰੇ ਨੰਬਰ ਹੁੰਦੇ ਨੇ, ਇਹਨਾਂ ਨੂੰ ਜਿਹੜੇ ਨੰਬਰ ਲਿਖੇ ਜਾਂਦੇ ਨੇ MICR ਇੰਕ ਨਾਲ ਲਿਖੇ ਜਾਂਦੇ ਨੇ। ਤਾਂ ਇਹ ਵੀ ਕਾਰਡ ਇਹ 'ਚ ਆਪਾਂ ਯੂਜ਼ ਕਰਦੇ, ਡਾਇਰੈਕਟ ਇਨਪੁਟ ਡਿਵਾਈਸਿਸ 'ਚ ਆਪਾਂ ਯੂਜ਼ ਇਹਨਾਂ ਨੂੰ ਕਰਦੇ ਹਾਂ। ਹੋਪਫੁਲੀ ਇਹ ਵੀ ਗੱਲ ਤੁਹਾਨੂੰ ਕਲੀਅਰ ਹੈ, ਕਿਉਂਕਿ ਉਰੇ ਜਿਹੜਾ ਹੈਗਾ ਫੁੱਲ ਫॉर्माਂ ਜ਼ਿਆਦਾ ਇੰਪੋਰਟੈਂਟ ਨੇ, ਹੋਰ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਉਰੇ ਤੁਹਾਡੇ ਤੋਂ ਪੁੱਛਣਾ। ਜੇਕਰ ਪੁੱਛਣਾ ਹੁੰਦਾ ਤਾਂ ਇੰਨੀ ਦੇਰ ਨੂੰ ਮੈਂ ਤੁਹਾਨੂੰ ਦੱਸ ਦੇਣਾ ਸੀਗਾ। ਠੀਕ ਹੈ, ਚਲਿਏ ਅੱਗੇ ਦੇਖੀਏ। ਹੁਣ ਦੇਖੋ, ਸਾਰੇ ਦੋ ਟਾਈਪ ਦੀ ਤੁਸੀਂ ਇਨਪੁਟ ਦੇਖੀ ਦੀ, ਇੱਕ ਤਾਂ ਦੇਖੀ ਤੁਸੀਂ ਪੁਆਇੰਟਿੰਗ ਡਿਵਾਈਸ ਤੇ ਦੂਜੀ ਤੁਸੀਂ ਦੇਖੀ ਡਾਇਰੈਕਟ ਇਨਪੁਟ ਡਿਵਾਈਸਿਸ। ਤੇ ਹੁਣ ਇੱਕ ਹੋਰ ਟਾਈਪ ਦੀ ਇਨਪੁਟ ਹੁੰਦੀ ਤੁਹਾਡੇ ਕੋਲ, ਉਹ ਹੁੰਦੀ ਹੈ ਬਾਇਓਮੈਟ੍ਰਿਕ ਸੈਂਸਰ। ਤੇ ਬਾਇਓਮੈਟ੍ਰਿਕ ਸੈਂਸਰ ਵੀ ਇਹਨੂੰ ਕਹਿੰਦੇ ਨੇ, ਬਾਇਓਮੈਟ੍ਰਿਕ ਇਨਪੁਟ ਵੀ ਇਹਨੂੰ ਕਹਿੰਦੇ ਨੇ। ਹੋਪਫੁਲੀ ਇਹਨਾਂ ਨੂੰ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਚੁੱਕਿਆ ਹੋਣਾ। ਫਿੰਗਰਪ੍ਰਿੰਟ ਸਕੈਨ ਜਾਂ ਥੰਬ ਇੰਪ੍ਰੈਸ਼ਨ, ਫੇਸ ਰਿਕੋਗਨੀਸ਼ਨ, ਵੌਇਸ ਰਿਕੋਗਨੀਸ਼ਨ, ਆਇਰਿਸ਼, ਆਈ ਨੂੰ ਕੀ ਕਹਿੰਦੇ ਨੇ, ਆਇਰਿਸ਼ ਕਹਿੰਦੇ ਨੇ। ਠੀਕ ਹੈ, ਤੇ ਗੇਟ, ਇੰਡੀਵਿਜੂਅਲੀ ਵਾਕਿੰਗ ਰਿਕੋਗਨੀਸ਼ਨ, ਚੱਲਣ ਦਾ ਸਟਾਈਲ। ਚਲੋ ਇੱਕ ਇੱਕ ਕਰਕੇ ਮੈਂ ਤੁਹਾਨੂੰ ਇਹਨਾਂ ਬਾਰੇ ਵੀ ਦੱਸਦਾ। ਪਹਿਲੇ ਆਹ ਦੇਖੋ ਜੀ, ਫਿੰਗਰਪ੍ਰਿੰਟ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਰੇ ਜਿਹੜਾ ਤੁਹਾਡਾ ਹੈਗਾ ਫਿੰਗਰਪ੍ਰਿੰਟ ਨਾ, ਇਹ ਕੀ ਹੁੰਦਾ ਸਾਡੇ ਕੋਲ ਐਜ਼ ਐਨ ਇਨਪੁਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਬਾਇਓਮੈਟ੍ਰਿਕ ਦਾ ਮਤਲਬ ਕੀ ਹੁੰਦਾ। ਬਾਇਓਮੈਟ੍ਰਿਕ ਦਾ ਮਤਲਬ ਹੁੰਦਾ ਲਿਵਿੰਗ ਥਿੰਗਸ। ਬਾਇਓ ਦਾ ਮਤਲਬ ਹੁੰਦਾ ਲਿਵਿੰਗ, ਮੈਟ੍ਰਿਕ ਦਾ ਮਤਲਬ ਹੁੰਦਾ ਮੇਜਰ ਕਰਨਾ। ਮਤਲਬ ਲਿਵਿੰਗ ਥਿੰਗਸ ਨੂੰ ਜਾਂ ਲਿਵਿੰਗ ਲਿੰਬਸ ਨੂੰ ਮੇਜਰ ਕਰਨ ਲਈ ਜਿਹੜੇ ਵੀ ਸਾਡੇ ਕੋਲ ਡਿਵਾਈਸਿਸ ਨੇ, ਸਾਰੇ ਸਾਡੇ ਕੋਲ ਕਿੱਥੇ ਰੱਖੇ ਜਾਣਗੇ, ਬਾਇਓਮੈਟ੍ਰਿਕ ਸੈਂਸਰ 'ਚ ਰੱਖੇ ਜਾਣਗੇ। ਤਾਂ ਉਹਦਾ ਸਭ ਤੋਂ ਪਹਿਲਾ ਐਗਜ਼ਾਮਪਲ ਹੈਗਾ ਤੁਹਾਡਾ ਫਿੰਗਰਪ੍ਰਿੰਟ। ਆਹ ਦੇਖੋ ਜੀ, ਥੰਬ ਇੰਪ੍ਰੈਸ਼ਨ ਤੁਹਾਡੇ ਕੋਲ ਲੱਗਿਆ ਪਿਆ, ਤੁਹਾਡੇ ਅੰਗੂਠੇ ਦਾ ਨਿਸ਼ਾਨ ਲੱਗਿਆ ਗਿਆ। ਧਿਆਨ ਨਾਲ ਦੇਖੋ, ਇਹ ਜਿਹੜੀ ਛੋਟੀ ਛੋਟੀ ਲਾਈਨਾਂ ਹੈਗੀਆਂ ਨਾ, ਇਹ ਸਾਰੀਆਂ ਕੀ ਹੁੰਦੀਆਂ ਨੇ, ਯੂਨੀਕ ਹੁੰਦੀਆਂ ਨੇ। ਮੰਨ ਲਓ ਮੇਰਾ ਥੰਬ ਇੰਪ੍ਰੈਸ਼ਨ ਕਿਸੇ ਹੋਰ ਨਾਲ ਤੁਸੀਂ ਮਿਲਣ ਦੀ ਕੋਸ਼ਿਸ਼ ਕਰੋਗੇ ਤਾਂ ਕਦੀ ਮੈਚ ਨਹੀਂ ਕਰੇਗਾ, ਕਿਉਂਕਿ ਇਹ ਜਿਹੜੀਆਂ ਲਾਈਨਾਂ ਵਿੱਚ ਉਹ ਗੈਪ ਹੁੰਦਾ ਨਾ, ਇਹ ਕਦੀ ਵੀ ਸੇਮ ਨਹੀਂ ਹੁੰਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੇ ਸਾਡੇ ਸਾਰੀਆਂ ਦੀ ਜਿਹੜੀਆਂ ਲਾਈਨਾਂ ਨੇ, ਇਹ ਬਿਲਕੁਲ ਯੂਨੀਕ ਨੇ। ਠੀਕ ਹੈ, ਜਿਹੜਾ ਸਾਡਾ ਥੰਬ ਇੰਪ੍ਰੈਸ਼ਨ ਹੈ ਬਿਲਕੁਲ ਕੀ ਹੈਗਾ, ਯੂਨੀਕ ਹੈਗਾ। ਜੇਕਰ ਮੰਨ ਲਓ ਕਿਸੇ ਦਾ ਮਿਲਦਾ ਵੀ ਹੈਗਾ ਤਾਂ ਐਕਸੈਪਸ਼ਨ 'ਚ ਕਾਊਂਟ ਕਰਿਆ ਜਾਂਦਾ, ਕਿਉਂਕਿ 10 ਲੱਖ ਜਾਂ 1 ਕਰੋੜ ਬੰਦਿਆਂ 'ਚ ਕਿਸੇ ਇੱਕ ਬੰਦੇ ਦਾ ਦੂਜੇ ਨਾਲ ਮਿਲਿਆ ਜਾਂਦਾ, ਤਾਂ ਉਹ ਐਕਸੈਪਸ਼ਨ ਆਪਾਂ ਕੀ ਕਰਦੇ ਹਾਂ, ਕਾਊਂਟ ਕਰਦੇ ਹਾਂ। ਠੀਕ ਹੈ, ਐਕਚੁਅਲ 'ਚ ਕੀ ਹੁੰਦਾ, ਜਿਹੜਾ ਲਾਈਨਾਂ ਵਿੱਚ ਤੁਸੀਂ ਗੈਪ ਧਿਆਨ ਨਾਲ ਦੇਖ ਰਹੇ ਹੋ ਨਾ, ਆ ਜਿਹੜੇ ਲਾਈਨਾਂ ਵਿੱਚ ਜਿਹੜਾ ਗੈਪ ਹੈਗਾ, ਇਸ ਲਾਈਨਾਂ ਦੇ ਗੈਪ ਨੂੰ ਕੀ ਕਰਦਾ, ਮੇਜਰ ਕਰਦਾ ਕੰਪਿਊਟਰ, ਤੇ ਆਪਣੇ ਉੱਤੇ ਕੀ ਕਰਦਾ, ਸਟੋਰ ਕਰਦਾ, ਜਿੱਤੇ ਕਿ ਉਹ ਪਹਿਚਾਣ ਲੈਂਦਾ ਕਿ ਇਹ ਉਹੀ ਬੰਦਾ ਜਾਂ ਫਿਰ ਕੋਈ ਹੋਰ ਬੰਦਾ। ਠੀਕ ਹੈ, ਹੁਣ ਅਗਲੇ ਮੈਂ ਗੱਲ ਕਰਾਂ ਫੇਸ ਰਿਕੋਗਨੀਸ਼ਨ। ਫੇਸ ਰਿਕੋਗਨੀਸ਼ਨ ਦੀ ਮੈਂ ਗੱਲ ਕਰਦਾ, ਤੁਹਾਡੇ ਕੋਲ ਅੱਜ ਦੀ ਡੇਟ 'ਚ ਮਾਡਰਨ ਟੈਕਨੋਲੋਜੀ ਤੁਸੀਂ ਸਾਰੇ ਯੂਜ਼ ਕਰ ਰਹੇ ਹੋ, ਫੇਸਬੁੱਕ ਤੁਸੀਂ ਯੂਜ਼ ਕਰ ਰਹੇ ਹੋ, ਤਾਂ ਫੇਸਬੁੱਕ 'ਚ ਵੀ ਅੱਜ ਦੀ ਡੇਟ 'ਚ ਤੁਹਾਨੂੰ ਇਹੋ ਜਿਹੀ ਆਪਸ਼ਨ ਦਿੱਤੀ ਜਾਂਦੀ ਹੈ ਜਿੱਥੇ ਤੁਸੀਂ ਆਪਣੇ ਫੇਸ ਨੂੰ ਕੀ ਕਰ ਸਕਦੇ ਹੋ, ਕੈਪਚਰ ਕਰ ਸਕਦੇ ਹੋ, ਤੇ ਐਜ਼ ਐਨ ਇਨਪੁਟ ਦੀ ਤਰ੍ਹਾਂ ਕੀ ਕਰ ਸਕਦੇ ਹੋ, ਯੂਜ਼ ਕਰ ਸਕਦੇ ਹੋ। ਤੇ ਧਿਆਨ ਨਾਲ ਦੇਖੋ, ਕਦੀ ਤੁਹਾਡਾ ਫੇਸ ਨਹੀਂ ਕੈਪਚਰ ਕੀਤਾ ਜਾਂਦਾ, ਤੁਹਾਡੇ ਫੇਸ ਦੇ ਨਾ ਪੁਆਇੰਟ, ਇਹ ਸਾਰੇ ਪੁਆਇੰਟ ਇੱਦਾਂ ਕਰਕੇ ਕੈਪਚਰ ਕੀਤੇ ਜਾਂਦੇ ਨੇ, ਤੇ ਤੁਹਾਡੇ ਫੇਸ ਨੂੰ ਪਾਰਟ 'ਚ ਡਿਵਾਈਡ ਕੀਤਾ ਜਾਂਦਾ ਪਹਿਲੇ, ਫਿਰ ਤੁਹਾਡੇ ਫੇਸ ਦੇ ਪਾਰਟ ਨੂੰ ਜਿਹੜੇ ਹੈਗੇ ਆ ਉਹ ਕੈਪਚਰ ਕਰਦਾ। ਤੇ ਜਦੋਂ ਵੀ ਕੰਪਿਊਟਰ ਦੀ ਮੈਂ ਗੱਲ ਕਰਾਂ, ਅੱਜ ਮੇਰਾ ਫੇਸ ਇਹੋ ਜਿਹਾ ਹੈਗਾ, ਕੱਲ ਮੈਂ ਥੋੜਾ ਮੋਟਾ ਹੋ ਜਾਵਾਂ, ਪਰਸੋਂ ਮੈਂ ਪਤਲਾ ਹੋ ਜਾਊਂ, ਤਾਂ ਪਤਾ ਕਿੱਦਾਂ ਚੱਲਦਾ ਕੰਪਿਊਟਰ ਨੂੰ, ਇਹ ਜਿਹੜੇ ਪੁਆਇੰਟ ਹੁੰਦੇ, ਕੰਪਿਊਟਰ ਕੀ ਕਰਦਾ, ਇਹਨਾਂ ਪੁਆਇੰਟਾਂ ਨੂੰ ਸਕੈਨ ਕਰਦਾ ਤੇ ਆਪਣੇ ਉੱਪਰ ਕੀ ਕਰਦਾ, ਆਪਣੇ ਅੰਦਰ ਕੀ ਕਰਦਾ, ਇਮੇਜ ਸਾਡੀ ਡਰੋ ਕਰਦਾ। ਠੀਕ ਹੈ, ਇਹਨਾਂ ਪੁਆਇੰਟਾਂ ਦੇ ਹਿਸਾਬ ਨਾਲ ਸਾਡਾ ਕੀ ਹੁੰਦੀ ਹੈ, ਪਹਿਚਾਣ ਹੁੰਦੀ ਹੈ। ਇਹ ਜਿਹੜੇ ਪੁਆਇੰਟ ਨੇ ਇਹ ਕੀ ਕਰਦੇ ਨੇ, ਸਾਨੂੰ ਰਿਕੋਗਨਾਈਜ਼ ਕਰ ਰਹੇ ਨੇ ਕਿ ਇਹ ਉਹੀ ਬੰਦਾ ਸੀਗਾ ਜਾਂ ਕਿ ਕੋਈ ਹੋਰ ਬੰਦਾ ਹੈਗਾ। ਠੀਕ ਹੈ, ਧਿਆਨ ਨਾਲ, ਤੇ ਜਿਹੜੇ ਪੁਆਇੰਟ ਹੁੰਦੇ ਨੇ, ਪੁਆਇੰਟਾਂ ਨਾਲ ਸਾਨੂੰ ਕੀ ਕੀਤਾ ਜਾਂਦਾ, ਰਿਕੋਗਨਾਈਜ਼ ਕੀਤਾ ਜਾਂਦਾ। ਹੋਪਫੁਲੀ ਗੱਲ ਤੁਹਾਨੂੰ ਕਲੀਅਰ ਹੈ। ਚਲਿਏ ਅੱਗੇ ਦੇਖੀਏ, ਵੌਇਸ ਰਿਕੋਗਨੀਸ਼ਨ। ਵੌਇਸ ਰਿਕੋਗਨੀਸ਼ਨ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਜੇਕਰ ਤੁਸੀਂ ਵੌਇਸ ਰਿਕੋਗਨੀਸ਼ਨ ਦੀ ਗੱਲ ਕਰਦੇ ਹੋ, ਮੰਨ ਲਓ ਜੇ ਮੈਂ ਅਗਰ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ, ਹੁਣ ਮੈਂ ਆਪਣੀ ਗੱਲ ਰਿਕਾਰਡ ਕਰ ਰਿਹਾ, ਬੱਚੇ ਤੁਸੀਂ ਮੇਰੀ ਕੋਈ ਵੀ ਮੈਕਰੀ ਆਰਟਿਸਟ ਤੁਸੀਂ ਲੈ ਕੇ ਆ ਜਾਓ, ਉਹ ਨੋ ਡਾਊਟ ਮੇਰੀ ਤਰ੍ਹਾਂ ਡਿੱਟੋ ਸੇਮ ਆਵਾਜ਼ ਤਾਂ ਕੱਢ ਦੇਗਾ, ਬਟ ਜਿਹੜੀ ਆਵਾਜ਼ ਹੈਗੀ ਹੈ ਮੇਰੀ ਤਰ੍ਹਾਂ ਆਵਾਜ਼ ਉਹਨੇ ਜ਼ਰੂਰ ਕੱਢ ਦੇਣੀ ਹੈ, ਪਰ ਮੇਰੀ ਵੌਇਸ ਨਾ ਉਹਦੇ ਨਾਲ ਕਦੀ ਮੈਚ ਨਹੀਂ ਕਰ ਸਕਦੀ। ਕਿਉਂਕਿ ਧਿਆਨ ਨਾਲ ਦੇਖੋ, ਜਿਹੜੀ ਵੌਇਸ ਹੈਗੀ ਹੈ ਨਾ ਸਾਡੀ, ਆਹ ਵੌਇਸ ਦੀ ਜਿਹੜੀ ਪਿਚ ਹੁੰਦੀ ਹੈ ਉਹ ਕਦੀ ਮੈਚ ਨਹੀਂ ਹੁੰਦੀ। ਕੰਪਿਊਟਰ ਨਾਲੇ ਕਿਸ ਚੀਜ਼ ਨੂੰ ਸਕੈਨ ਕਰਦਾ, ਕਿਸ ਚੀਜ਼ ਨੂੰ ਡਿਕਟੇਟ ਕਰਦਾ, ਆ ਜਿਹੜੀ ਤੁਹਾਡੀ ਬੋਲਣ ਦੀ ਪਿਚ ਹੁੰਦੀ ਹੈ, ਇਸ ਪਿਚ ਨੂੰ ਕੰਪਿਊਟਰ ਕੀ ਕਰਦਾ, ਮੇਜਰ ਕਰਦਾ।
नहीं तो मेरी तरह बोलने वाला बंदा मिमिक्री आर्टिस्ट मिल जाएगा और सेम टू सेम मेरी आवाज़ निकाल देगा, पर इस पिच ਨੂੰ ਕਦੀ ਉਹ ਕਾਪੀ ਨਹੀਂ ਕਰ ਸਕਦਾ। ਇਸ ਕਰਕੇ ਕੰਪਿਊਟਰ ਇਹ ਰਿਕੋਗਨਾਈਜ਼ ਕਰ ਲੈਂਦਾ ਕਿ ਉਹ ਜਿਹੜਾ ਬੰਦਾ ਹੈਗਾ ਉਹ ਕੌਣ ਹੈਗਾ, ਕਿ ਉਹੀ ਬੰਦਾ ਜਾਂ ਕੋਈ ਹੋਰ ਡਿਫਰੈਂਟ ਬੰਦਾ ਹੈਗਾ। ਠੀਕ ਹੈ, ਇਸ ਕਰਕੇ ਇਸ ਚੀਜ਼ ਨੂੰ ਵੀ ਆਪਾਂ ਕੀ ਕਰਦੇ ਹਾਂ, ਜਿਹੜਾ ਇੱਕ ਐਜ਼ ਐਨ ਇਨਪੁਟ ਡਿਵਾਈਸ ਦੇ ਤਰੀਕੇ ਨਾਲ ਤੇ ਨਾਲ ਸਿਕਿਉਰਿਟੀ ਪਰਪਸ ਨਾਲ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ। ਹੋਪਫੁਲੀ ਗੱਲ ਕਲੀਅਰ ਹੈ। ਤੇ ਆਇਰਿਸ਼ ਬਾਰੇ ਮੈਂ ਗੱਲ ਕਰਨਾ, ਆਇਰਿਸ਼ ਕੀ ਹੁੰਦਾ, ਸਾਡੇ ਕੋਲ ਆਈ ਰੈਟੀਨਾ ਹੁੰਦਾ ਤੇ ਅੱਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਾਡੀ ਅੱਖਾਂ ਦਾ ਰੈਟੀਨਾ ਹੈਗਾ ਉਹ ਕਦੇ ਵੀ ਦੂਜੇ ਬੰਦੇ ਨਾਲ ਮੈਚ ਨਹੀਂ ਕਰਦਾ। ਇਸ ਕਰਕੇ ਸਾਡੀ ਜਿਹੜੀ ਇੱਕ ਸਿਕਿਉਰਿਟੀ ਦੀ ਜਿਹੜਾ ਕਨਸੈਪਟ ਹੈਗਾ, ਸਿਕਿਉਰਿਟੀ ਜਿਹੜੀ ਹੈਗੀ ਸਾਡੀ ਕੀ ਰਹਿੰਦੀ ਹੈ, ਬਰਕਰਾਰ ਰਹਿੰਦੀ ਹੈ। ਤੇ ਇੱਕ ਬੰਦੇ ਦੀ ਜਿਹੜੀ ਰੈਟੀਨਾ ਹੈਗਾ ਦੂਜੇ ਬੰਦੇ ਨਾਲ ਕਦੀ ਮੈਚ ਨਹੀਂ ਕਰਦਾ। ਇਸ ਕਰਕੇ ਆਪਾਂ ਐਜ਼ ਐਨ ਸਿਕਿਉਰਿਟੀ ਪਰਪਸ ਆਪਾਂ ਇਹਨੂੰ ਵੀ ਕੀ ਕਰਦੇ ਹਾਂ, ਯੂਜ਼ ਕਰ ਲੈਂਦੇ ਹਾਂ। ਠੀਕ ਹੈ, ਤੇ ਗੱਲ ਤੁਹਾਨੂੰ ਕਲੀਅਰ ਹੈ ਜੀ। पेपर च आयरिश करके पूछा जाता, आई रेटिना करके नहीं पूछा जाता, तो आयरिश रिकोगनीशन कहते हैं। ठीक है, चलिए अगे अगर मैं गल करा गेट रिकोगनीशन, तो गेट का मतलब की होंदा, इंडिविजुअल दा वॉकिंग स्टाइल, इंडिविजुअल दा वॉकिंग स्टाइल। देखो जी जब भी आप चलते हैं ना, जिदा आप खड़े हैं, एक पहला पैर पुट्टिया, दूजा पुट्टिया, तीजा, तो आप की किया स्टैपिंग आप कर रहे हैं। तो जोड़ा साडे चलने का स्टाइल होंदा, जोड़ा फुट रखने का स्टाइल होंदा, कंप्यूटर इनू भी स्कैन कर लैंदा। तुसीं जिन्ना मर्जी मैनू कॉपी करने की कोशिश करो, पर आ जोड़ा फुट रखने का स्टाइल होएगा ना, ये तुसीं मेरा कभी कॉपी नहीं कर सकते। क्यों? क्योंकि इत्थे छोटी छोटी यूनीक चीज़ां होंदियां ने जो आप अखां नाल नहीं देख सकते, पर कंप्यूटर इन्हां तुसीं लाइन नाल समझ सकते हो कि कंप्यूटर की कर रहे हैं, सारी चीज़ों को स्कैन कर रहे हैं। आप कित्था किहड़ी मूवमेंट ते कित्थे आप किद्दां चले हैं, वो सारी चीज़ां की होंदियां ने, रिकॉर्ड होंदियां ने। तुसीं गेट बारे पढ़ भी सकते हो। गेट रिकोगनीशन इज द प्रोसेस ऑफ रिकोगनाइजिंग इंडिविजुअल बाय देयर डिस्टिंक्टिव वॉक that capture the sequence of images to drive the analysis motion characteristic। साडी motion जिहड़ी characteristic होंदियां ने वो कदी भी दूजा बंदा कॉपी नहीं कर सकता। तो एज एन सिक्योरिटी परपस आप की करते हैं, इस चीज़ का भी यूज अपनी स्लाइड ते कर लेंगे। होपफुली तुहानू गल क्लीयर है जी। ठीक है, देखो जो छोटी छोटी चीज़ां होंदियां ने जिहड़ियां कि आप की करते हैं, यूज करते हैं, तो किते ना किते साडे पेपर दे पार्ट बन जांदियां ने। ठीक है, तो जिहड़े इनपुट डिवाइसिस मैं तुहानू दस्से ने, ये तुहानू सारे टिप्स पे होने चाहिए, तां तुसीं पेपर कढ सकते हो। क्योंकि हर बारी उन्हां थां ते कोई ना कोई इनपुट डिवाइस जरूर पूछा जाता है। क्योंकि देखो हर बारी क्वेश्चन बनेगा कित्थे, यही जिहड़ी चीज़ां ने तुसीं बार बार अपनी रूटीन लाइफ की करते हो, यूज़ करते हो, तो उहदे ते ही तुहाडे कोल क्वेश्चन जिहड़ा वो हमेशा की करता है, कढ लैंदा है। तो चलिए बच्चों, अज का फिर जो लैक्चर है उरे आप एंड करते हैं, तो मिलते तुहाडे नाल दूजे तीजे लैक्चर च। तीजे लैक्चर भी आप इसी तरीके नाल कंटिन्यू करूँगे, तो उहदे नाल भी समझूगे कि की चीज़ां ने ते की क्वेश्चन उत्थे साडे तो पूछे जाणगे। ओके गाइज, थैंक यू, धन्नवाद तुहाडा सारिआं दा।